Guru Vai 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 Guru ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਜੋ ਸਾਨੂੰ ਜੀਵਨ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੀ, ਸਾਡੇ ਮਨ ਨੂੰ ਸਮਝਾਉਂਦੀ ਬਈ ਜੋ ਸਾਡਾ ਸਾਰਿਆਂ ਦਾ ਮੂਲ, ਸਾਡਾ ਮਾਤਾ ਪਿਤਾ ਨਿਰੰਕਾਰ, ਉਹ ਅੰਤਰਜਾਮੀ ਬਿਨਾਂ ਬੋਲਿਆਂ ਤੋਂ ਹੀ ਉਹ ਸਭ ਕੁਝ ਜਾਣਦਾ ਹੈ। ਜਦੋਂ ਅਸੀਂ ਬਹੁਤੀਆਂ ਵਿਚਾਰਾਂ 'ਚ ਪੈਂਦੇ, ਸਾਡਾ ਮਨ ਬਹੁਤਾ ਰੋਸ ਕਰਦਾ, ਜ਼ਿਆਦਾ ਸੰਸਾਰ ਦੀਆਂ ਗੱਲਾਂ ਕਰਦਾ, ਉਦੋਂ ਮਹਾਰਾਜ ਕਹਿੰਦੇ ਵੀ ਇਹ ਝੱਕ ਮਾਰਦੇ ਵੀ ਜਿਹੜਾ ਬਹੁਤਾ ਬੋਲਣਾ ਉਹ ਝੱਕ ਮਾਰਨਾ ਹੈ, ਕਿਉਂਕਿ ਬਿਨਾਂ ਬੋਲਿਆਂ ਤੋਂ ਹੀ ਮਾਲਕ ਸਭ ਕੁਝ ਜਾਣਦਾ। ਸਤਿਗੁਰੂ ਫਰਮਾਉਂਦੇ, ਬਹੁਤਾ ਬੋਲਣ ਝੱਖਣ ਹੋਈ, ਬਿਨ ਬੋਲੇ ਜਾਣੇ ਸਭ ਸੁਖੀ। ਬਈ ਬਹੁਤਾ ਬੋਲਣਾ ਗੁਰਮਤਿ ਦੇ ਵਿੱਚ
सानू वर्जित कीत भी ਜਿਹੜੇ ਗੁਰਮੁਖ ਨੇ ਉਹ ਬਹੁਤਾ ਬੋਲਦੇ ਕਿ ਵੀ ਉਹਨਾਂ ਦਾ ਮਨ ਨਹੀਂ ਬੋਲਦਾ ਬਹੁਤਾ, ਵੀ ਉਹ ਸੰਸਾਰ ਦੀਆਂ ਵਿਚਾਰਾਂ 'ਚ ਨਹੀਂ ਪੈਂਦੀ, ਸੰਸਾਰ ਦੀਆਂ ਬਹੁਤੀਆਂ ਗੱਲਾਂ ਨਹੀਂ ਕਰਦੀ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਬੋਲਦਾ ਕੌਣ ਜ਼ਿਆਦਾ ਕੌਣ ਗੱਲਾਂ ਕਰਦਾ ਹੈ, ਜ਼ਿਆਦਾ ਰੋਸ ਕੌਣ ਕਰਦਾ ਹੈ। ਮਾਰੇ ਕਹਿੰਦੇ ਵੀ ਜਿਸ ਤਰ੍ਹਾਂ ਘੜਾ ਹੈ ਉਹ ਖਾਲੀ, ਜਿਹੜਾ ਖਾਲੀ ਘੜਾ ਬੋਲਦਾ, ਜਿਹੜਾ ਭਰਿਆ ਹੋਇਆ ਬੋਲਦਾ। ਮਾਰੇ ਕਹਿੰਦੇ ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਬਈ ਖਾਲੀ ਹੀ ਖੜਕਦਾ, ਖਾਲੀ ਹੀ ਜ਼ਿਆਦਾ ਗੱਲਾਂ ਕਰਦਾ, ਜ਼ਿਆਦਾ ਵਿਚਾਰਾਂ 'ਚ ਜਾਂਦਾ। ਜਿਹੜਾ ਮਨ ਮਾਲਕ ਦਾ ਸਿਮਰਨ ਕਰਦਾ ਹੈ, ਜਿਹੜਾ ਹੁਕਮ ਦੇ ਦਾਇਰੇ ਵਿੱਚ ਆ ਗਿਆ, ਉਹ ਨਹੀਂ ਬੋਲਦਾ ਬਹੁਤ, ਉਹ ਵਿਚਾਰਾਂ 'ਚ ਨਹੀਂ ਬਹੁਤਾ ਪੈਂਦਾ। ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਭਗਤਾਂ ਦੀ ਜਿਹੜੀ ਚਾਲ ਉਹ ਸੰਸਾਰੀਆਂ ਨਾਲੋਂ ਵੱਖਰੀ ਹੁੰਦੀ। ਵੱਖਰੀ ਕਿਵੇਂ? ਵੀ ਉਹ ਬਹੁਤੀਆਂ ਗੱਲਾਂ ਨਹੀਂ ਕਰਦੀ। ਮਾਰੇ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਬਈ ਉਹ ਸੰਸਾਰ ਦੀਆਂ ਬਹੁਤੀਆਂ ਵਿਚਾਰਾਂ 'ਚ ਨਹੀਂ ਪੈਂਦੇ। ਜਦੋਂ ਬੋਲਦੇ ਬ੍ਰਾਹਮੀ ਬੋਲਦੇ, ਮਾਲਕ ਦੀ ਉਸਤਤ ਕਰਦੇ, ਵਡਿਆਈ ਕਰਦੇ। ਜਦੋਂ ਸੁਣਦੇ ਮਾਲਕ ਦੀ ਮਹਿਮਾ, ਮਾਲਕ ਦੀ ਆਵਾਜ਼ ਨਾਦ ਨੂੰ ਸੁਣਦੇ, ਜਦੋਂ ਦੇਖਦੇ ਪਰਮਾਤਮਾ ਨੂੰ ਦੇਖਦੇ। ਇਸ ਲਈ ਜਿਹੜਾ ਗੁਰਮੁਖਾਂ ਦਾ ਦੇਖਣਾ, ਉਹ ਬ੍ਰਹਮ ਨੂੰ ਹੀ ਦੇਖਦੇ, ਬ੍ਰਹਮ ਹੀ ਸੁਣਦੇ ਅਤੇ ਬ੍ਰਹਮ ਦੀ ਹੀ ਮਹਿਮਾ ਕਰਦੇ, ਉਹਦੇ ਹੀ ਗੁਣ ਗਾਉਂਦੇ। ਅਤੇ ਜਿਹੜਾ ਸੰਸਾਰੀ ਜੀਵ ਉਹ ਬਹੁਤੀਆਂ ਵਿਚਾਰਾਂ 'ਚ ਪੈਂਦਾ। ਜਦੋਂ ਅਸੀਂ ਵਾਰ-ਵਾਰ ਬਹੁਤਾ ਬੋਲ ਕੇ ਰੌਲਾ ਪਾਉਂਦੇ, ਬੋਲ ਕੇ ਦੱਸਦੇ, ਉਦੋਂ ਫਿਰ ਸਤਿਗੁਰੂ ਕਹਿੰਦੇ ਵੀ ਬਹੁਤਾ ਬੋਲਣਾ ਜਿਹੜਾ ਇਹ ਝੱਖੜ, ਵੀ ਮਾਲਕ ਦਾ ਬਿਨਾਂ ਬੋਲਿਆਂ ਤੋਂ ਹੀ ਜਾਣਦਾ, ਕੀ ਉਹਨੂੰ ਪਤਾ ਨਹੀਂ? ਉਹ ਅੰਤਰਜਾਮੀ ਹੈ, ਉਹ ਬਿਨਾਂ ਬੋਲਿਆਂ ਤੋਂ ਹੀ ਸਾਡੇ ਅੰਦਰ ਦੀ ਜਾਣਤ। ਆਈਆਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਵੀ ਉਹ ਸਾਡੇ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ, ਉਹ ਸਾਡੀ ਹਾਲਤ ਨੂੰ ਚੰਗੀ ਤਰ੍ਹਾਂ ਸਮਝਦਾ, ਜਾਣਦਾ। ਔਰ ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਜੋ ਅਸੀਂ ਵਾਰ-ਵਾਰ ਬੋਲਦੇ ਹਾਂ, ਜੋ ਅਸੀਂ ਕਹਿੰਦੇ ਹਾਂ, ਉਹ ਸਾਡਾ ਬੋਲਿਆ ਉਵੇਂ ਹੁੰਦਾ ਨਹੀਂ। ਆਈਆਂ ਫਿਰ ਇਹਨੂੰ ਕਹਿੰਦੇ ਵੀ ਬਹੁਤਾ ਬੋਲਣ ਝੱਖਣ, ਝੱਖ ਮਾਰ, ਵੀ ਸਾਡਾ ਆਖਿਆ ਹੋਇਆ ਉਵੇਂ ਹੋਣਾ ਨਹੀਂ। ਇਹ ਜੋ ਮਾਲਕ ਨੇ ਕਰਨਾ ਉਹੀ ਹੋਣਾ, ਅਤੇ ਉਹਨੂੰ ਕੋਈ ਮਿਟਾ ਨਹੀਂ ਸਕਦਾ, ਉਹ ਹੋਣਾ ਹੀ ਹੋਣਾ। ਇਸ ਲਈ ਮਾਰੇ ਫਰਮਾਉਂਦੇ, ਕਬੀਰ ਝੱਖ ਨਾ ਝੱਖੀਏ, ਉਮਰੋ ਕਿਹੋ ਨਾ ਹੋਈ, ਕਰਮ ਕਰੀਮ ਜੋ ਕਰ ਰਹੇ ਸੋ ਮੇਟ ਨਾ ਸਕੇ ਕੋਈ। ਮਨ ਨੂੰ ਕਹਿੰਦੇ ਵੀ ਤੂੰ ਝੱਖ ਨਾ ਮਾਰ, ਤੇਰਾ ਆਖਿਆ ਨਹੀਂ ਹੋਣਾ। ਸਾਡੀ ਮਰਜ਼ੀ ਨਾਲ ਥੋੜ੍ਹੀ ਚੱਲਣਾ ਵੀ ਜਿਵੇਂ ਅਸੀਂ ਕਹਿੰਦੇ ਉਵੇਂ ਹੀ ਹੋਵੇ। ਜਿਹੜਾ ਭਰੋਸਾ ਪਰਮਾਤਮਾ 'ਤੇ ਪਿਆਰ ਇਹ ਨਹੀਂ ਹੁੰਦਾ ਵੀ ਜੋ ਅਸੀਂ ਮੰਗਦੇ ਹਾਂ ਉਹ ਸਾਨੂੰ ਮਿਲੇ ਅਤੇ ਫਿਰ ਹੀ ਪਿਆਰ। ਪਿਆਰ ਦਾ ਭਾਵ ਇਹ ਹੁੰਦਾ ਹੈ ਵੀ ਜੋ ਤੂੰ ਕਰੇਂਗਾ ਉਹੀਓ ਸਾਡੇ ਵਾਸਤੇ ਚੰਗਾ, ਉਹੀਓ ਸਾਡੇ ਵਾਸਤੇ ਭਲਾ ਹੈ, ਜੋ ਤੂੰ ਕਰ ਰਿਹਾ ਉਹੀਓ ਠੀਕ ਹੈ। ਕਿਉਂਕਿ ਸਾਡੀ ਜਿਹੜੀ ਮੱਤ ਉਹ ਥੋੜ੍ਹੀ ਹੈ,
ਤੂੰ ਸਮਰੱਥ ਹੈ, ਤੂੰ ਸਭ ਕੁਝ ਜਾਣਦਾ। ਇਹੋ ਮਹਾਰਾਜ ਸਾਨੂੰ ਸਮਝਾਉਂਦੇ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਵੀ ਸਾਡੀ ਮੱਤ ਥੋੜ੍ਹੀ, ਸਾਨੂੰ ਇਹ ਨਹੀਂ ਪਤਾ ਵੀ ਅਸੀਂ ਆਪਦੇ ਖਿਲਾਫ ਹੀ ਸੋਚੀ ਜਾਣ, ਅਸੀਂ ਆਪਦੀ ਹੱਤਿਆ ਆਪ ਹੀ ਕਰ ਲੈਣੀ, ਕਿਉਂਕਿ ਸਾਡੀ ਮੱਤ ਥੋੜ੍ਹੀ, ਸਾਨੂੰ ਨਹੀਂ ਪਤਾ। ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਬਈ ਅਸੀਂ ਹੁਕਮ ਦੇ ਦਾਇਰੇ ਵਿੱਚ ਆਉਂ। ਬਈ ਹੁਣ ਮਨਮੁਖ ਕੀ ਹੈ, ਬਈ ਜਿਹੜਾ ਆਪਦੀ ਮੱਤ ਦੁਆਰਾ ਚੱਲਦਾ ਅਤੇ ਉਹਦੀਆਂ ਇੱਛਾਵਾਂ ਨੇ, ਉਹਦੀਆਂ ਮੰਗਾਂ ਨੇ ਵੀ ਆਹ ਮੇਰੀਆਂ ਮੰਗਾਂ ਪੂਰੀਆਂ ਹੋਣ, ਜਿਵੇਂ ਮੈਂ ਕਹਿੰਦਾ ਉਵੇਂ ਹੋਵੇ। ਜਦੋਂ ਉਵੇਂ ਨਹੀਂ ਹੁੰਦਾ ਅਤੇ ਉਹ ਰੋਸ ਕਰਦਾ ਵੀ ਮੈਂ ਆਹ ਚੀਜ਼ ਮੰਗੀ ਸੀ, ਮੈਂ ਸੁੱਖਣਾ ਸੁੱਖੀ ਸੀ, ਮੇਰੀ ਸੁੱਖਣਾ ਪੂਰੀ ਨਹੀਂ ਹੋਈ। ਹੁਣ ਆਪਾਂ ਨੂੰ ਗੁਰਮਤਿ ਦੇ ਵਿੱਚ ਸਮਝਾਇਆ ਬਈ ਅਸੀਂ ਮਾਲਕ ਦੇ ਹੁਕਮ ਦੇ ਵਿੱਚ ਆਉਣਾ, ਵੀ ਜੋ ਤੂੰ ਕਰ ਰਿਹਾ ਉਹੀਓ ਭਲਾ ਸਾਡੇ ਵਾਸਤੇ, ਉਹੀਓ ਚੰਗਾ। ਬਈ ਜੇ ਦੁੱਖ ਆ ਗਿਆ ਉਹ ਵੀ ਤੇਰੀ ਦਾਤ ਹੈ, ਜੇ ਸੁੱਖ ਆ ਗਿਆ ਉਹ ਵੀ ਠੀਕ ਹੈ, ਦੁੱਖ ਆ ਗਿਆ ਤਾਂ ਵੀ ਠੀਕ ਹੈ। ਬਈ ਇਹਨਾਂ ਦੋਵਾਂ ਨੂੰ ਸਮ ਕਰਕੇ ਚੱਲ। ਮਾਰੇ ਕਹਿੰਦੇ ਦੁੱਖ ਸੁੱਖ ਪਿਆਰੇ ਤੁਧ ਤੇ ਆਈ, ਇਸ ਮੱਤ ਗੁਰੂ ਤੇ ਪਾਈ। ਬਈ ਗੁਰੂ ਸਾਨੂੰ ਇਸ ਮੱਤ ਦਿੰਦੇ, ਸਾਨੂੰ ਅਕਲ ਦਿੰਦੇ, ਇਹ ਸਾਨੂੰ ਸਮਝਾਉਂਦੇ ਬਈ ਜੇ ਦੁੱਖ ਆ ਗਿਆ ਤਾਂ ਵੀ ਮਾਲਕ ਨੂੰ ਧਿਆਉਣਾ, ਜੇ ਸੁੱਖ ਆ ਗਿਆ ਤਾਂ ਵੀ ਧਿਆਉਣਾ। ਇਹਨਾਂ ਦੋਵਾਂ ਨੂੰ ਸਮ ਕਰਕੇ ਚੱਲਣ, ਬਰਾਬਰ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ। ਔਰ ਮਾਣ ਅਪਮਾਨਾ, ਬਈ ਇਹਨਾਂ ਦੁੱਖਾਂ ਸੁੱਖਾਂ ਨੂੰ ਸਮ ਕਰਨਾ। ਜੇ ਕਿਸੇ ਨੇ ਮਾਣ ਦੇ ਦਿੱਤਾ ਤਾਂ ਵੀ ਇੱਕ ਬਰਾਬਰ, ਜੇ ਅਪਮਾਨ ਕਰ ਦਿੱਤਾ ਤਾਂ ਵੀ ਇੱਕ ਬਰਾਬਰ। ਵੀ ਇਹਨਾਂ ਨੂੰ ਸਮ ਕਰਕੇ ਚੱਲਣਾ ਬਰਾਬਰ। ਜੇ ਅਸੀਂ ਮਾਣ ਦੇ ਵਿੱਚ ਪੈ ਗਏ, ਇਹ ਅਸੀਂ ਫਿਰ ਵੀ ਨਹੀਂ ਘਰ ਜਾ ਸਕਦੇ ਆਪ 'ਚ। ਜਿਵੇਂ ਇੱਕ ਤਾਂ ਹੁੰਦਾ ਵੀ ਮਾਇਆ ਨੂੰ ਛੱਡ ਦੇਣਾ। ਮਹਾਰਾਜ ਕਹਿੰਦੇ ਵੀ ਜੇ ਮਾਇਆ ਛੱਡ ਵੀ ਦਿੱਤੀ, ਇਹ ਜੇ ਮਾਣ ਨਹੀਂ ਛੱਡਿਆ ਅਤੇ ਫਿਰ ਮਾਇਆ ਛੱਡੀ ਤੇ ਕੀ ਛੱਡੀ, ਕਿਉਂਕਿ ਮਾਣ ਹੀ ਹੈ ਜਿਹੜਾ ਸਾਡੇ ਮਨ ਨੂੰ ਖਾ ਜਾਂਦਾ। ਮਹਾਰਾਜ ਕਹਿੰਦੇ ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਈ। ਮਾਣ ਮੁਨੀ ਮਨ ਵਰਗਲੇ, ਮਾਣ ਸਭੇ ਕੋ ਖਾਈ। ਵੀ ਇਹ ਮਾਣ ਹੀ ਹੈ ਜਿਹੜਾ ਸਾਨੂੰ ਵਾਪਸ ਫੇਰ ਲੈ ਜਾਂਦਾ ਘਰਾਂ ਦੇ ਵਿੱਚ। ਇਸ ਕਰਕੇ ਫਿਰ ਇਹ ਤਾਂ ਹੀ ਹੁੰਦਾ ਵੀ ਜਦੋਂ ਅਸੀਂ ਇੱਧਰ ਸੰਸਾਰ ਦੇ ਨਾਲ ਜੁੜੇ ਹਾਂ, ਮਾਇਆ ਦੇ ਨਾਲ ਜੁੜੇ ਹਾਂ, ਅਤੇ ਉਦੋਂ ਸਾਨੂੰ ਲੱਗਦਾ ਵੀ ਆਹ ਸਾਨੂੰ ਮਾਣ ਦਿੰਦਾ, ਆਹ ਸਾਡਾ ਅਪਮਾਨ ਕਰਦਾ। ਇਹ ਮਹਾਰਾਜ ਕਹਿੰਦੇ ਜਿਹੜਾ ਮਾਣ ਅਪਮਾਨ 'ਚ ਪਿਆ ਹੈ ਉਹ ਮਾਲਕ ਦਾ ਸੇਵਕ ਨਹੀਂ ਹੋ ਸਕਦਾ। ਮਾਣ ਅਪਮਾਨ ਮਧੇ ਸੋ ਸੇਵਕ ਨਾ। ਬਈ ਜਿਹਨੂੰ ਮਾਣ ਵੀ ਹੈ ਇਹ ਅਪਮਾਨ ਵੀ ਹੈ, ਇਹਨਾਂ ਦੇ ਵਿੱਚ ਹੀ ਫਸਿਆ ਹੋਇਆ ਵੀ ਆਹ ਮੈਨੂੰ ਮਾਣ ਦਿੰਦੇ, ਆਹ ਮੇਰਾ ਅਪਮਾਨ ਕਰਦੇ। ਜੇ ਇਹਦੇ ਵਿੱਚ ਮਨ ਹੈ ਤਾਂ ਉਹ ਸੇਵਕ ਨਹੀਂ ਹੋ ਸਕਦਾ ਪਰਮਾਤਮਾ ਦਾ, ਵਾਹਿਗੁਰੂ ਦਾ, ਹਰੀ ਦਾ। ਕਿਉਂਕਿ ਸੇਵਕ ਉਹ ਹੈ ਜਿਹਨੇ ਸੇਵਾ ਕਰਨੀ, ਅਤੇ ਸੇਵਾ ਜਿਹੜਾ ਕਰਦਾ ਉਹਨੂੰ ਕਹਿੰਦੇ ਵੀ ਸੰਤ, ਅਤੇ ਉਹ ਸਹਿਜ ਵਿੱਚ ਰਹਿੰਦੇ। ਉਹ ਸੇਵਕ ਨੂੰ ਹੀ ਚਾਕਰ ਕਹਿੰਦੇ। ਚਾਕਰ ਤੇਰਾ ਸੋਈ ਜੋ ਸਹਿਜ ਰਿਹਾ ਸਮਾਈ, ਵੀ ਜਿਹੜਾ ਸਹਿਜ ਦੇ ਵਿੱਚ। ਜਦੋਂ ਅਸੀਂ ਸਹਿਜ ਵਿੱਚ ਹੋਵਾਂਗੇ ਉੱਥੇ ਸਾਨੂੰ ਇਹ ਮਾਣ ਅਪਮਾਨ ਨਹੀਂ ਲੱਗਦਾ। ਜੇ ਅਸੀਂ ਸਹਿਜ ਤੋਂ ਬਾਹਰ ਹਾਂ ਫਿਰ ਸਾਨੂੰ ਮਾਣ ਅਪਮਾਨ ਲੱਗੇ, ਫਿਰ ਸਾਨੂੰ ਇਹ ਦੁੱਖ ਸੁੱਖ ਲੱਗਣਗੇ ਸੰਸਾਰ ਦੇ, ਫਿਰ ਸਾਨੂੰ ਬੁਰਾ ਭਲਾ ਲੱਗੇਗਾ, ਫਿਰ ਸਾਨੂੰ ਪਾਪ ਪੁੰਨ ਲੱਗਣਗੇ।
ਫਿਰ ਸਾਨੂੰ ਚੰਗਾ ਮਾੜਾ ਫਿਰ ਸਾਨੂੰ ਸਾਰਾ ਕੁਛ ਹੀ ਲੱਗਣਾ ਜੇ ਅਸੀਂ ਸਹਿਜ ਤੋਂ ਬਾਹਰ ਜਦੋਂ ਅਸੀਂ ਸਹਿਜ ਵਿੱਚ ਚਲੇ ਗਏ ਸਹਿਜ ਸਾਡਾ ਘਰ ਹੈ ਅਤੇ ਉੱਥੇ ਸਾਨੂੰ ਇਹ ਕੁਛ ਨਹੀਂ ਲੱਗਦਾ ਨਾ ਸਾਨੂੰ ਮਾਣ ਲੱਗੇ ਨਾ ਅਪਮਾਨ ਲੱਗੇ ਨਾ ਸਾਨੂੰ ਦੁੱਖ ਲੱਗੇ ਨਾ ਸੁੱਖ ਲੱਗੇ ਇਹਨਾਂ ਤੋਂ ਮਨ ਉੱਪਰ ਚਲਾ ਗਿਆ ਇਸ ਅਵਸਥਾ 'ਚ ਮਹਾਰਾਜ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ ਮਨ ਚੜ੍ਹਿਆ ਦਸਵੇਂ ਆਕਾਸ਼ ਤਿੱਥੇ ਊਂਘ ਨ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁੱਖ ਸੁਖ ਵਿਆਪਤ ਨਾਹੀਂ ਜਿੱਥੇ ਆਤਮ ਰਾਮ ਪ੍ਰਗਾਸ ਬਈ ਜੋ ਸਾਡਾ ਘਰ ਹੈ ਸਹਿਜ ਜਦੋਂ ਮਨ ਉੱਥੇ ਚਲਾ ਗਿਆ ਫਿਰ ਇਹਨੂੰ ਇਹ ਦੁੱਖ ਸੁੱਖ ਨਹੀਂ ਵਿਆਪਤ ਫਿਰ ਨਹੀਂ ਇਹਨੂੰ ਲੱਗਦਾ ਫਿਰ ਇਹਨਾਂ ਤੋਂ ਉੱਪਰ ਜਾ ਵੜਦਾ ਫਿਰ ਇਹ ਪਾਪ ਪੁੰਨ ਨਹੀਂ ਲੱਗਦੇ ਇਹਨੂੰ ਕਿਉਂਕਿ ਪਾਪ ਪੁੰਨ ਕੀ ਹੈ ਇਹ ਵਿਚਾਰਾਂ ਦੇ ਵਿੱਚ ਪਾਪ ਪੁੰਨ ਤ੍ਰੈ ਗੁਣਾਂ ਦੇ ਵਿੱਚ ਜਦੋਂ ਅਸੀਂ ਇਹ ਤ੍ਰੈ ਗੁਣਾਂ ਤੋਂ ਉੱਪਰ ਉੱਠ ਗਏ ਅਤੇ ਅਸੀਂ ਪਾਪ ਪੁੰਨ ਤੋਂ ਉੱਪਰ ਚਲੇ ਆਈਆਂ ਗੁਰਮੁਖਾਂ ਨੇ ਜਦੋਂ ਉਹ ਸਹਿਜ ਵਿੱਚ ਜਾ ਵੜੇ ਉਹਨਾਂ ਨੇ ਆਖਿਆ ਵੀ ਇਹ ਦੋਵੇਂ ਇੱਕ ਸਮਾਨ ਹੀ ਨੇ ਪਾਪ ਅਤੇ ਪੁੰਨ ਕਿਉਂਕਿ ਵਿਚਾਰ ਨੇ ਫੁਰਨੇ ਮਹਾਰਾਜ ਕਹਿੰਦੇ ਪਾਪ ਪੁੰਨ ਦੋਈ ਇੱਕ ਸਮਾਨ ਵੀ ਇੱਕ ਸਮਾਨ ਹੀ ਕਿਉਂਕਿ ਇਹ ਵਿਚਾਰ ਨੇ ਫੁਰਨੇ ਵੀ ਜੇ ਅਸੀਂ ਕੋਈ ਚੰਗਾ ਵਿਚਾਰ ਲੈਂਦੇ ਹਾਂ ਅਸੀਂ ਕਹਿੰਦੇ ਅਸੀਂ ਪੁੰਨ ਕਰਦੇ ਜੇ ਮਾੜਾ ਵਿਚਾਰ ਲੈਂਦੇ ਅਸੀਂ ਕਹਿੰਦੇ ਅਸੀਂ ਪਾਪ ਕਰਦੇ ਵੀ ਇਹ ਪਾਪ ਪੁੰਨ ਜਿਹੜੇ ਇਹ ਵਿਚਾਰ ਨੇ ਫੁਰਨੇ ਜਦੋਂ ਅਸੀਂ ਵਿਚਾਰਾਂ ਤੋਂ ਉੱਪਰ ਚਲੇ ਗਏ ਪਾਪ ਪੁੰਨ ਤੋਂ ਉੱਪਰ ਚਲੇ ਪਾਈਆਂ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਕਹਿੰਦੇ ਬਈ ਜਿਹੜੇ ਗੁਰਮੁਖ ਸਹਿਜ ਵਿੱਚ ਚਲੇ ਗਏ ਜਿਹੜੇ ਚੌਥੀ ਸੁਣ ਵਿੱਚ ਚਲੇ ਗਏ ਪ੍ਰਕਾਸ਼ ਦੇ ਵਿੱਚ ਉਹਨਾਂ ਨੂੰ ਇਹ ਪਾਪ ਪੁੰਨ ਨਹੀਂ ਲੱਗਦਾ ਉਹ ਪਾਪ ਪੁੰਨ ਤੋਂ ਉੱਪਰ ਚਲੇ ਜਾਂਦੇ ਮਾਰੇ ਫਰਮਾਉਂਦੇ ਅੰਤਰ ਸੁਨੰਗ ਬਾਹਰ ਸੁਨੰਗ ਤ੍ਰੈ ਭਵਨ ਸੁਨਮ ਸੁਨੰਗ ਚੌਥੀ ਸੁਨੇ ਜੋ ਨਰ ਜਾਣੇ ਤਾ ਕੋ ਪਾਪ ਨਾ ਪੁੰਨੰ ਬਈ ਜਿਨ੍ਹਾਂ ਨੇ ਚੌਥੀ ਸੁਣ ਨੂੰ ਜਾਣ ਲਿਆ ਉਹ ਪਾਪ ਪੁੰਨ ਤੋਂ ਉੱਪਰ ਉੱਠ ਗਏ ਉਹਨਾਂ ਨੂੰ ਕੋਈ ਪਾਪ ਨਹੀਂ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸੰਸਾਰ ਦੇ ਵਿੱਚ ਹੀ ਹੈ ਤ੍ਰੈ ਗੁਣਾਂ ਦੇ ਵਿੱਚ ਵੀ ਇਹਦੇ ਵਿੱਚ ਹੀ ਸਾਰਾ ਸੰਸਾਰ ਜਿਹੜਾ ਉਹ ਲੱਗਿਆ ਹੋਇਆ ਪਾਪ ਪੁੰਨ ਦੇ ਵਿੱਚ ਜਿਹੜਾ ਭਗਤ ਹੈ ਉਹ ਇਹਨਾਂ ਦੋਵਾਂ ਤੋਂ ਉੱਪਰ ਮਹਾਰਾਜ ਕਹਿੰਦੇ ਦੁਕ੍ਰਿਤ ਸੁਕ੍ਰਿਤ ਮਧੇ ਸੰਸਾਰ ਸਗਲਾਣਾ ਦੋਹੂ ਤੇ ਰਹਿਤ ਭਗਤ ਹੈ ਉਹ ਵਿਰਲਾ ਜਾਣਾ ਬਈ ਜਿਹੜਾ ਭਗਤ ਉਹ ਇਹਨਾਂ ਦੋਵਾਂ ਤੋਂ ਰਹਿਤ ਪਾਪ ਤੋਂ ਅਤੇ ਪੁੰਨ ਤੋਂ ਦੋਵਾਂ ਤੋਂ ਉੱਪਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਤਾਂ ਹੀ ਅਸੀਂ ਉੱਪਰ ਜਾ ਸਕਦੇ ਹਾਂ ਜੇ ਅਸੀਂ ਗੁਰੂ ਦੀ ਮੱਤ ਲਵਾਂਗੇ ਜੇ ਅਸੀਂ ਅਭਿਆਸ ਕਰਾਂਗੇ ਜੇ ਅਸੀਂ ਮਨ ਨੂੰ ਚੁੱਪ ਕਰਾਵਾਂਗੇ ਜੇ ਹੁਣ ਮਨ ਬੋਲਦਾ ਹੀ ਰਿਹਾ ਇਹ ਬਹੁਤਾ ਬੋਲਣਾ ਫਿਰ ਮਹਾਰਾਜ ਕਹਿੰਦੇ ਵੀ ਝੱਖ ਮਾਰਨ ਆਈਓ ਫਿਰ ਅਸੀਂ ਮਨ ਨੂੰ ਚੁੱਪ ਕਰੋ ਵੀ ਤਾਂ ਕਿ ਸਾਡਾ ਮਨ ਹੈ ਜਿਹੜਾ ਇਹ ਚੁੱਪ ਕਰ ਜੀ ਕਈ ਵਾਰ ਕੀ ਹੁੰਦਾ ਵੀ ਸਰੀਰ ਕਰਕੇ ਜੀਵ ਇਹ ਤਨ ਕਰਕੇ ਤਾਂ ਚੁੱਪ ਕਰ ਜਾਂਦਾ ਪਰ ਮਨ ਨਹੀਂ ਚੁੱਪ ਕਰ ਜਿਵੇਂ ਕਈ ਜੀਵ ਐਸੇ ਉਹਨਾਂ ਨੂੰ ਕਹਿੰਦੇ ਵੀ ਇਹ ਮੌਨੀ ਨੇ ਵੀ ਇਹਨਾਂ ਨੇ ਮੌਨ ਧਾਰਨ ਕੀਤਾ ਇਹ ਮੌਨੀ ਨੇ ਅਤੇ ਜਦੋਂ ਕੋਈ ਜੀਵ ਜਾਂਦੇ ਉਹਨਾਂ ਕੋਲ ਇਹ ਮੌਨੀ ਮਹਾਰਾਜ ਬੋਲਦੇ ਨੇ ਪਰ ਸਾਨੂੰ ਕੰਮ ਜ਼ਰੂਰੀ ਹੈ ਅਸੀਂ ਉਹਨਾਂ ਤੋਂ ਕੁਛ ਪੁੱਛਣਾ ਤੁਸੀਂ ਪੁੱਛੋ ਤੁਹਾਨੂੰ ਲਿਖ ਕੇ ਦੇ ਦੇਣਗੇ ਉਹਦਾ ਅਰਥ ਬੋਲਣਗੇ ਨਹੀਂ ਲਿਖ ਕੇ ਦੱਸ ਦੇਣਗੇ ਉੱਦਾਂ ਦੇ ਮੌਨੀ ਨਹੀਂ ਬਣਨਾ ਕਿਉਂਕਿ ਮਨ ਤਾਂ ਚੁੱਪ ਕੀਤਾ ਹੀ ਨਹੀਂ ਜੇ ਹੁਣ ਉਹ ਲਿਖਣਗੇ ਤਾਂ ਉਹ ਮਨ ਦੇ ਬਾਰੇ ਤਾਂ ਲਿਖ ਰਹੇ
ਇਹ ਤੋਂ ਬਿਹਤਰ ਹੈ ਬਈ ਉਹ ਲਿਖਣ 'ਤੇ ਸਗੋਂ ਤੇ ਸਮਾਂ ਲੱਗਦਾ, ਉਦੋਂ ਤਾਂ ਚੰਗਾ ਵੀ ਬੋਲ ਹੀ ਲੈਣ ਲਿਖਣ ਨਾਲੋਂ, ਤਾਂ ਕਿ ਸਮਾਂ ਘੱਟ ਲੱਗੇ, ਸਵਾਸ ਘੱਟ ਖਰਚ ਹੋਣ, ਸਮੇਂ ਦੀ ਬਚਤ ਹੋ ਜੀ, ਸਵਾਸਾਂ ਦੀ। ਔਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਅਸੀਂ ਮਨ ਨੂੰ ਚੁੱਪ ਕਰਾਉਣਾ, ਤਨ ਨੂੰ ਨਹੀਂ, ਸਰੀਰ ਦੇ ਮੌਨੀ ਨਹੀਂ ਬਣਨਾ ਵੀ ਉਹਦਾ ਮੂੰਹ ਕਰਕੇ ਅਸੀਂ ਚੁੱਪ ਕਰ ਜੀ ਵੀ ਬੋਲੀਏ ਨਾ, ਤੇ ਮਨ ਅੰਦਰੋਂ ਬੋਲੀ ਜਾਵੇ। ਇਸੇ ਤਰ੍ਹਾਂ ਹੀ ਫਿਰ ਮਹਾਰਾਜ ਜੀ ਇਸ ਵਰਤਾਏ ਕਹਿੰਦੇ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਵੀ ਇੱਦਾਂ ਦੀ ਚੁੱਪ ਨਹੀਂ ਬਈ ਅਸੀਂ ਮਨ ਨੂੰ ਚੁੱਪ ਕਰਾਉਣਾ। ਸਾਡਾ ਜਿਹੜਾ ਮਨ ਹੈ ਇਹ ਚੁੱਪ ਕਰ ਜੇ, ਜਿਹੜਾ ਅੰਦਰੋਂ ਹੀ ਅੰਦਰ ਬੋਲੀ ਜਾ ਰਿਹਾ ਹੈ। ਹੁਣ ਆਪਾਂ ਦੇਖਦੇ ਵੀ ਕਈ ਵਾਰ ਸਰੀਰ ਕਰਕੇ ਜੀਵ ਬੋਲਦਾ ਨਹੀਂ ਹੈ, ਕੁਛ ਬੈਠਾ ਹੈ। ਹੁਣ ਉਹ ਜਦੋਂ ਬੈਠਾ ਉਹਦੇ ਬੈਠੇ ਤੋਂ ਹੀ ਪਤਾ ਲੱਗ ਜਾਂਦਾ ਬਈ ਕਿਸੇ ਗਹਿਰੀ ਸੋਚ ਵਿੱਚ, ਵਿਚਾਰਾਂ ਦੇ ਵਿੱਚ ਗਿਆ ਹੋਏ। ਉਹ ਕੀ ਵੀ ਅੰਦਰੋਂ ਮਨ ਬੋਲੀ ਜਾ ਰਿਹਾ, ਵਿਚਾਰ ਅੰਦਰੋਂ ਫੁਰਨੇ ਉਵੇਂ ਹੀ ਲਈ ਜਾ ਰਹੇ। ਹੁਣ ਇਹਨੂੰ ਫਿਰ ਮਹਾਰਾਜ ਕਹਿੰਦੇ ਵੀ ਬਹੁਤਾ ਬੋਲਣਾ ਇਹ ਝੱਕ ਮਾਰਨਾ, ਵੀ ਮਨ ਨੂੰ ਚੁੱਪ ਕਰਾਓ। ਮਨ ਤਾਂ ਅੰਦਰੋਂ ਬੋਲੀ ਜਾ ਰਿਹਾ, ਉਹ ਤਾਂ ਇੱਕ ਮਿੰਟ ਨਹੀਂ ਚੁੱਪ ਹੁੰਦਾ। ਕੋਈ ਨਾ ਕੋਈ ਵਿਚਾਰ ਫੁਰਨਾ ਉਹ ਚੱਲੀ ਜਾਂਦਾ, ਅੰਦਰ ਚੱਲੀ ਜਾਂਦਾ ਲਗਾਤਾਰ। ਇਸ ਕਰਕੇ ਫਿਰ ਮਨ ਨੂੰ ਕਹਿੰਦੇ ਬਈ ਤੂੰ ਇਹ ਝੱਕ ਨਾ ਮਾਰ, ਤੈਨੂੰ ਜਿਹੜਾ ਕਾਰਜ ਦਿੱਤਾ, ਤੈਨੂੰ ਜਿਹੜਾ ਕਰਮ ਦਿੱਤਾ ਕਰਨ ਨੂੰ, ਤੂੰ ਉਹ ਕਰ। ਹੁਣ ਇਹਨਾਂ ਨੂੰ ਹੀ ਫਿਰ ਅਵਰ ਕਾਜ ਕਹਿੰਦੇ। ਇਹ ਜਿਹੜਾ ਸਾਡਾ ਮਨ ਅੰਦਰੋਂ ਬੋਲਦਾ ਨਾ, ਇਹ ਅਵਰ ਕਾਜ ਕਰ ਜਿਹੜੇ ਸਾਡੇ ਮਨ ਦੇ ਕਿਸੇ ਕੰਮ ਆਉਣ ਵਾਲੇ ਨੂੰ। ਇਸੇ ਵਰਤਾਏ ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੀ ਇਹ ਜਿਹੜੇ ਤੂੰ ਅਵਰ ਕਾਜ ਕਰ ਰਹੇ, ਜੋ ਤੂੰ ਅੰਦਰੋਂ ਬੋਲ ਰਿਹਾ ਨਾ, ਇਹ ਤੇਰਾ ਬੋਲਿਆ ਕਿਸੇ ਥਾਈ ਨਹੀਂ ਪੈਣਾ। ਇਹ ਤੇਰਾ ਬੋਲਿਆ ਹੋਇਆ ਇਹ ਵਿਅਰਥ, ਇਹ ਤੂੰ ਝੱਕ ਮਾਰ ਵਿਚਾਰ ਫੁਰਨੇ ਲੈ ਰਹੇ ਆ। ਇਹ ਸਾਰੇ ਵਿਚਾਰ, ਇਹ ਅਵਰ ਕਾਜ, ਇਹ ਸਾਰੇ ਬੰਦ ਕਰ ਜੀ। ਤੇ ਕੀ ਬੋਲੀਏ? ਮਨ ਨੂੰ ਮਹਾਰਾਜ ਕਹਿੰਦੇ ਰਾਮ ਰਾਮ ਬੋਲ, ਰਾਮ ਰਾਮ ਤਿਆਗੋ ਮਨ ਕੀ ਸਗਲ ਕੰਮ। ਬਈ ਬਾਕੀ ਮਨ ਦੇ ਸਾਰੇ ਕੰਮ ਛੱਡ ਦੇ। ਮਨ ਦੇ ਕਰਮ ਕੀ ਹੈ? ਵਿਚਾਰ, ਇਹ ਸੋਚਾਂ ਸਾਡੇ ਅੰਦਰ ਜਿਹੜੀਆਂ ਚੱਲਦੀਆਂ, ਇਹ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਸਹਿੰਸੇ ਫਿਕਰ ਚਿੰਤਾਵਾਂ, ਜਿਹੜੇ ਇਹ ਵਿਚਾਰ ਲੱਗੇ, ਇਹਨਾਂ ਨੂੰ ਅਵਰ ਕਾਜ ਕਹਿੰਦੇ। ਮਹਾਰਾਜ ਕਹਿੰਦੇ ਇਹ ਸਾਰੇ ਛੱਡ, ਇਹ ਤੂੰ ਇੱਕੋ ਹੀ ਕਰ, ਸਿਮਰਨ ਕਰ, ਇਹ ਤੇਰਾ ਅਸਲ ਕਾਰਜ, ਇਹ ਤੈਨੂੰ ਕਰਨ ਨੂੰ ਆਖੀ। ਇਸ ਲਈ ਮਹਾਰਾਜ ਫਰਮਾਉਂਦੇ ਰਾਮ ਸਿਮਰ ਇਹ ਤੇਰੇ ਕਾਜ ਹੈ। ਮਨ ਨੂੰ ਕਹਿੰਦੇ ਵੀ ਤੇਰਾ ਅਸਲ ਕਾਰਜ ਇਹ ਹੈ, ਤੇਰਾ ਅਸਲ ਕੰਮ ਇਹ ਹੈ ਜਿਹੜਾ ਤੈਨੂੰ ਦਿੱਤਾ, ਵੀ ਤੂੰ ਸਿਮਰਨ ਕਰਨਾ। ਤੂੰ ਸਿਮਰਨ ਕਰਦਾ ਨਹੀਂ, ਤੂੰ ਅਵਰ ਕਾਜ ਹੀ ਕਰੀ ਜਾਂਦਾ, ਤੂੰ ਹੋਰ ਹੀ ਵਿਚਾਰ ਲਈ ਜਾਂਦਾ, ਹੋਰ ਹੀ ਤੂੰ ਐਵੇਂ ਬੋਲੀ ਜਾਂਦਾ, ਝੱਖ ਮਾਰੀ ਜਾਂਦਾ। ਬਈ ਤੂੰ ਚੁੱਪ ਕਰ ਜਾ, ਤੇ ਮਾਲਕ ਸਭ ਕੁਝ ਜਾਣਦਾ। ਤੈਨੂੰ ਇਹ ਚਿੰਤਾ ਫਿਕਰ ਕਰਨ ਦੀ ਲੋੜ ਨਹੀਂ ਹੈ, ਪਰਮਾਤਮਾ ਨੂੰ ਸਭ ਪਤਾ। ਉਹ ਸਮੇਂ ਮੁਤਾਬਕ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ, ਸਾਡੇ ਮਨ ਦੀਆਂ, ਤਨ ਦੀਆਂ। ਉਹਨੂੰ ਪਤਾ ਵੀ ਮੇਰੇ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਦੋਂ ਲੋੜ ਹੈ। ਸਮੇਂ ਮੁਤਾਬਕ ਉਹ ਸਭ ਦੀਆਂ ਲੋੜਾਂ ਪੂਰੀਆਂ ਕਰਦੇ। ਇਕੱਲੀਆਂ ਆਪਣੀਆਂ ਮਾਨਸ ਜਾਮੇ 'ਚ ਹੀ ਨਹੀਂ, ਹੋਰ ਜਿੰਨੇ ਵੀ ਜੀਵ ਨੇ ਸਭ ਦੀਆਂ, ਜਿੰਨੀ ਵੀ 84 ਲੱਖ ਜੂਨ ਮਾਲਕ ਨੇ ਪੈਦਾ ਕੀਤੀ ਹੈ, ਉਹ ਸਭ ਦੀ ਸਾਰ ਲੈਂਦਾ। ਉਹ ਸਭ ਨੂੰ ਰਿਜ਼ਕ ਦਿੰਦਾ, ਸਭ ਨੂੰ ਉਹ ਪੜਾਉਂਦਾ, ਸਭ ਨੂੰ ਪਹੁੰਚਾਉਂਦਾ। ਇਸ ਲਈ ਮਹਾਰਾਜ ਕਹਿੰਦੇ ਜੈਨ ਪਾਈ ਮੇਦਨੀ ਸੋਈ ਕਰਦਾ ਸਾਰ, ਵੀ ਜਿਹਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਉਹ ਸਭ ਦੀ ਸਾਰ ਲੈਂਦਾ, ਸਭ ਦੀ ਖਬਰ ਲੈਂਦਾ।
ਇਸ ਵਾਸਤੇ ਫਿਰ ਸਾਡੇ ਮਨ ਨੂੰ ਸਮਝਾਉਂਦੇ ਵੀ ਜਦੋਂ ਉਹ ਸਾਰਿਆਂ ਦੀ ਸਾਰ ਲੈਂਦਾ ਕੀ ਉਹ ਤੇਰੀ ਨਹੀਂ ਲਏਗੀ? ਕੀ ਉਹਨੂੰ ਪਤਾ ਨਹੀਂ ਵੀ ਤੈਨੂੰ ਕੀ ਚਾਹੀਦਾ ਹੈ, ਕਿਹੜੀ ਤੇਰੀ ਜ਼ਰੂਰਤ ਹੈ, ਕੀ ਤੇਰੀ ਲੋੜ ਹੈ? ਉਹ ਸਮੇਂ ਮੁਤਾਬਕ ਸਾਡੀਆਂ ਲੋੜਾਂ ਪੂਰੀਆਂ ਵੀ ਕਰਦਾ ਅਤੇ ਉਹ ਸਾਨੂੰ ਜਣਾਉਂਦਾ ਵੀ ਨਹੀਂ, ਸਾਨੂੰ ਪਤਾ ਵੀ ਨਹੀਂ ਲੱਗਣ ਦਿੰਦਾ। ਬਈ ਇੱਕ ਤਾਂ ਹੁੰਦਾ ਨਾ ਸੰਸਾਰ ਦੇ ਵਿੱਚ ਕੋਈ ਸੰਸਾਰੀ ਜੀਵ ਕਿਸੇ ਦੀ ਮਦਦ ਕਰ ਦੇਵੇ ਨਾ ਥੋੜ੍ਹੀ ਜਿਹੀ, ਅਤੇ ਉਹ ਦਿਖਾਉਂਦਾ ਹੈ, ਪਤਾ ਲੱਗਣਾ ਚਾਹੀਦਾ ਵੀ ਅਸੀਂ ਆਹ ਕੰਮ ਕੀਤਾ। ਜੇ ਪਤਾ ਨਾ ਲੱਗੇ ਤਾਂ ਫਿਰ ਫਾਇਦਾ ਕੀ ਹੈ ਕਰਨ ਦਾ? ਸਭ ਨੂੰ ਪਤਾ ਲੱਗਣਾ ਚਾਹੀਦਾ ਅਸੀਂ ਇੰਨਾ ਦਾਨ ਕੀਤਾ, ਇੰਨਿਆਂ ਨੂੰ ਅਸੀਂ ਆਹ ਦਿੱਤਾ, ਉਹ ਪਤਾ ਲੱਗਣਾ ਚਾਹੀਦਾ। ਅਤੇ ਜੋ ਮਾਲਕ ਹੈ ਪਰਮਾਤਮਾ, ਉਹਦੇ ਵਿੱਚ ਇੱਕ ਐਡਾ ਵੱਡਾ ਕੌਣ ਹੈ, ਉਹ ਸਭ ਕੁਛ ਦਿੰਦਾ ਵੀ ਹੈ ਅਤੇ ਪਤਾ ਵੀ ਨਹੀਂ ਲੱਗਣ ਦਿੰਦਾ ਸਾਨੂੰ, ਉਹ ਜਣਾਉਂਦਾ ਵੀ ਨਹੀਂ। ਇਸ ਵਾਸਤੇ ਫਿਰ ਉਹ ਜਣਾਉਂਦਾ ਉਹਨਾਂ ਨੂੰ ਜਿਹੜੇ ਗੁਰਮੁਖ ਫਿਰ ਜਦੋਂ ਸਹਿਜ ਵਿੱਚ ਚਲੇ ਜਾਂਦੇ, ਸਹਿਜ 'ਚ ਜਾ ਕੇ ਜਦੋਂ ਦੇਖਦੇ ਫਿਰ ਪਤਾ ਲੱਗਦਾ ਵੀ ਇਹ ਤਾਂ ਮਾਲਕ ਹੀ ਕਰ ਰਹੇ ਸਾਰਾ ਕੁਛ। ਬਈ ਇਹ ਤਾਂ ਸਾਨੂੰ ਬੜਾ ਵੱਡਾ ਭਰਮ ਪਿਆ ਹੋਇਆ ਵੀ ਅਸੀਂ ਕਰਦੇ। ਜਿਹੜੇ ਗੁਰਮੁਖ ਸਹਿਜ ਵਿੱਚ ਗਏ, ਉਹਨਾਂ ਨੇ ਸਹਿਜ ਵਿੱਚ ਜਾ ਕੇ ਜਦੋਂ ਜਾਗ ਕੇ ਦੇਖਿਆ ਦਿਵ ਦ੍ਰਿਸ਼ਟੀ ਦੁਆਰਾ, ਫਿਰ ਉਹਨਾਂ ਨੇ ਦੇਖ ਕੇ ਆਪਾਂ ਨੂੰ ਦੱਸਿਆ। ਮਹਾਰਾਜ ਕਹਿੰਦੇ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ, ਨਾਨਕ ਤਿਸ ਬਲਿਹਾਰਨੇ ਜਲ ਥਲ ਮਹੀਅਲ ਸੋਈ। ਬਈ ਕਰਤਾ ਇੱਕੋ ਹੀ ਹੈ ਮਾਲਕ, ਉਹੀਓ ਸਮਰੱਥ ਅਤੇ ਉਹੀਓ ਕਰਨ ਯੋਗ ਹੈ, ਉਹੀਓ ਕਰ ਰਹੇ। ਸਾਨੂੰ ਇਹ ਭਰਮ ਪਿਆ ਹੋਇਆ ਵੀ ਅਸੀਂ ਕਰਦੇ, ਜੇ ਅਸੀਂ ਨਹੀਂ ਕਰਾਂਗੇ ਤਾਂ ਫਿਰ ਹੋਣਾ ਹੀ ਨਹੀਂ। ਇਸ ਕਰਕੇ ਅਸੀਂ ਚਿੰਤਾ ਕਰਦੇ ਹਾਂ, ਫਿਕਰ ਕਰਦੇ ਹਾਂ ਵੀ ਅਸੀਂ ਕਰਾਂਗੇ। ਉਹ ਇਹਨਾਂ ਚਿੰਤਾ ਫਿਕਰਾਂ ਦੀ ਹੀ ਸਾਡੇ ਮਨ 'ਤੇ ਮੈਲ ਚੜ੍ਹ ਜਾਂਦੀ, ਇਹਨਾਂ ਦੇ ਵਿੱਚ ਹੀ ਮਨ ਮਲੀਨ ਹੋ ਜਾਂਦਾ, ਮੈਲਾ ਹੋ ਜਾਂਦਾ। ਮਹਾਰਾਜ ਇਸ ਲਈ ਸਾਨੂੰ ਸਮਝਾਉਂਦੇ ਫਰਮਾਉਂਦੇ, ਸੈਂਸੇ ਜੀਓ ਮਲੀਨ ਹੈ। ਬਈ ਇਹ ਮਨ ਜਿਹੜਾ ਜੀ, ਇਹ ਕਿਵੇਂ ਮਲੀਨ, ਕਿਵੇਂ ਮੈਲਾ ਹੋਇਆ? ਇਹ ਸੈਂਸਿਆਂ ਦੇ ਵਿੱਚ, ਫਿਕਰਾਂ ਦੇ ਵਿੱਚ, ਚਿੰਤਾਵਾਂ ਦੇ ਵਿੱਚ ਇਹ ਮੈਲਾ ਹੋਇਆ। ਹੁਣ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਚਿੰਤਾ ਨਾ ਕਰੋ, ਨਾ ਕਰ ਚਿੰਤਾ। ਮਨ ਨੂੰ ਕਹਿੰਦੇ ਵੀ ਕਿਉਂ ਚਿੰਤਾ ਕਰਦਾ? ਕਰਤੇ ਨੂੰ ਚਿੰਤਾ ਮਾਲਕ ਨੂੰ, ਜਿਹਨੇ ਤੈਨੂੰ ਪੈਦਾ ਕੀਤਾ। ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ। ਵੀ ਉਹਨੂੰ ਚਿੰਤਾ ਸਭ ਦੀ। ਪਰ ਫਿਰ ਵੀ ਹੁਣ ਇਹ ਸਾਨੂੰ ਚਿੰਤਾ ਲੱਗਦੀ ਕਾਹਤੋਂ? ਕਿਉਂ ਸਾਨੂੰ ਫਿਕਰ ਲੱਗਦੀ? ਜਦੋਂ ਅਸੀਂ ਮਾਲਕ ਦਾ ਸਿਮਰਨ ਨਹੀਂ ਕਰਦੇ, ਪਰਮਾਤਮਾ ਦਾ, ਫਿਰ ਸਾਨੂੰ ਇਹ ਚਿੰਤਾ ਫਿਕਰ ਲੱਗ ਜਾਂਦੀ। ਇਸ ਲਈ ਮਹਾਰਾਜ ਕਹਿੰਦੇ, ਚਿੰਤਾ ਵੀ ਆਪ ਕਰਾਈ ਸੀ, ਅਚਿੰਤ ਵੀ ਆਪ ਕਰੇ। ਨਾਨਕ ਸੋ ਸਲਾਹੀਏ ਜੋ ਸਭਨਾ ਸਾਰ ਕਰੇ। ਬਈ ਇਹ ਚਿੰਤਾ ਸਾਨੂੰ ਕਾਹਤੋਂ ਲੱਗਦੀ? ਕਿਉਂਕਿ ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ, ਮਾਲਕ ਨੂੰ, ਉਹਦਾ ਅਸੀਂ ਸਿਮਰਨ ਕਰਨਾ ਬੰਦ ਕਰ ਦਿੰਦੇ ਹਾਂ, ਫਿਰ ਇਹ ਸਾਡੇ ਮਨ ਨੂੰ ਚਿੰਤਾ ਲੱਗ ਜਾਂਦੀ, ਫਿਕਰ ਲੱਗ ਜਾਂਦੀ। ਜਦੋਂ ਆਪਾਂ ਉਹਦਾ ਸਿਮਰਨ ਕਰਦੇ ਹਾਂ, ਫਿਰ ਉਹ ਸਾਨੂੰ ਅਚਿੰਤ ਅਵਸਥਾ 'ਚ ਕਰ ਦਿੰਦਾ, ਫਿਰ ਚਿੰਤਾ ਤੋਂ ਰਹਿਤ ਕਰ ਦਿੰਦਾ। ਅਚਿੰਤ ਵੀ ਆਪ ਕਰੇ, ਫਿਰ ਉਹ ਆਪ ਹੀ ਅਚਿੰਤ ਅਵਸਥਾ 'ਚ ਸਾਨੂੰ ਲੈ ਜਾਂਦਾ, ਫਿਰ ਉਹ ਸਾਨੂੰ ਚਿੰਤਾ ਫਿਕਰਾਂ ਤੋਂ ਮੁਕਤ ਕਰ ਦਿੰਦਾ। ਇੱਥੇ ਹੁਣ ਸਾਰਾ ਜਿਹੜਾ ਖੇਲ ਇਹ ਭਰੋਸੇ ਦਾ, ਪ੍ਰਤੀਤ ਦਾ, ਵੀ ਸਾਨੂੰ ਪਰਮਾਤਮਾ 'ਤੇ ਕਿੰਨਾ ਕੁ ਭਰੋਸਾ, ਸਾਨੂੰ ਕਿੰਨੀ ਕੁ ਉਹਦੇ 'ਤੇ ਪ੍ਰਤੀਤ ਹੈ। ਜੇ ਤਾਂ ਸਾਨੂੰ ਭਰੋਸਾ, ਫਿਰ ਤਾਂ ਅਸੀਂ ਨਹੀਂ ਡੋਲਾਂਗੇ। ਜੇ ਸਾਨੂੰ ਭਰੋਸਾ ਨਹੀਂ, ਪ੍ਰਤੀਤ ਨਹੀਂ, ਫਿਰ ਹੀ ਅਸੀਂ ਚਿੰਤਾ ਕਰਦੇ, ਫਿਰ ਹੀ ਅਸੀਂ ਫਿਕਰ ਕਰਦੇ, ਕਿਉਂਕਿ ਸਾਨੂੰ ਭਰੋਸਾ ਹੀ ਨਹੀਂ। ਔਰ ਇਸ ਵਾਸਤੇ ਫਿਰ ਸਾਨੂੰ ਮਹਾਰਾਜ ਭਰੋਸਾ ਦਿਵਾਉਂਦੇ ਵੀ ਜਿਵੇਂ ਸੰਸਾਰ ਦਾ ਖੇਲ ਹੈ,
ਇਹ ਵੀ ਭਰੋਸੇ 'ਤੇ ਹੀ ਚੱਲਦਾ। ਜੇ ਹੁਣ ਆਪਾਂ ਇੱਕ ਦੂਸਰੇ 'ਤੇ ਭਰੋਸਾ ਨਾ ਕਰੀਏ ਤਾਂ ਸੰਸਾਰ ਦਾ ਕਰਮ ਚੱਲਣਾ ਹੀ ਭਰੋਸੇ ਨਾਲ ਹੀ ਚੱਲਦਾ ਨਾ। ਆਪਾਂ ਜੋ ਵੀ ਕਰਮ ਕਰਦੇ ਹਾਂ ਭਰੋਸੇ ਨਾਲ ਹੀ ਹੁੰਦਾ ਹੈ। ਜੇ ਭਰੋਸਾ ਨਹੀਂ ਤਾਂ ਸੰਸਾਰ ਦਾ ਕਰਮ ਨਹੀਂ ਚੱਲ ਸਕਦਾ। ਸਾਨੂੰ ਭਰੋਸਾ ਕਰਨਾ ਪੈਂਦਾ। ਹੁਣ ਇਸੇ ਤਰ੍ਹਾਂ ਹੀ ਜਿਵੇਂ ਸੰਸਾਰ ਦਾ ਖੇਲ ਭਰੋਸੇ 'ਤੇ ਚੱਲਦਾ ਹੈ, ਇਸੇ ਤਰ੍ਹਾਂ ਹੀ ਆਪਾਂ ਨੂੰ ਸਮਝਾਉਂਦੇ ਵੀ ਜੋ ਗੁਰਬਾਣੀ ਗੁਰੂ ਸਾਨੂੰ ਕਹਿ ਰਹੇ ਇਹਨਾਂ ਦੇ ਬਚਨਾਂ 'ਤੇ ਭਰੋਸਾ ਕਰ। ਜੇ ਤਾਂ ਸਾਨੂੰ ਗੁਰੂ ਦੇ ਬਚਨਾਂ 'ਤੇ ਭਰੋਸਾ ਆ ਗਿਆ ਫਿਰ ਤਾਂ ਅਸੀਂ ਇਹ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਾਂ। ਫਿਰ ਤਾਂ ਸਾਡਾ ਇਹ ਭਰਮ ਖਤਮ ਹੋ ਜਾਂਦਾ ਵੀ ਅਸੀਂ ਕਰਦੇ ਹਾਂ। ਫਿਰ ਸਾਡੇ ਚਿੰਤਾ ਫਿਕਰ ਇਹ ਸਭ ਖਤਮ ਹੋ ਜਾਂਦੇ ਜੇ ਸਾਨੂੰ ਭਰੋਸਾ ਆ ਗਿਆ, ਜੇ ਸਾਨੂੰ ਵਿਸ਼ਵਾਸ ਆ ਗਿਆ। ਜੇ ਸਾਨੂੰ ਭਰੋਸਾ ਹੀ ਨਹੀਂ, ਵਿਸ਼ਵਾਸ ਹੀ ਨਹੀਂ, ਫਿਰ ਤਾਂ ਸਾਡਾ ਇਹ ਭਰਮ ਖਤਮ ਨਹੀਂ ਹੁੰਦਾ। ਮਾਰੇ ਫਰਮਾਉਂਦੇ ਭਰਮ ਕੀ ਜਾਲੀ, ਤਾਂ ਕੀ ਘਾਟੀ ਜਾ ਕੋ ਸਾਧ ਸੰਗਤ ਵਿਸ਼ਵਾਸਾ। ਬਈ ਭਰਮ ਦਾ ਜਾਲ ਉਹਨਾਂ ਦਾ ਖਤਮ ਹੁੰਦਾ ਜਿਨ੍ਹਾਂ ਨੂੰ ਸਤਸੰਗ 'ਚ ਆ ਕੇ ਭਰੋਸਾ ਆ ਗਿਆ ਗੁਰੂ ਦੇ ਬਚਨਾਂ 'ਤੇ। ਜਦੋਂ ਅਸੀਂ ਗੁਰਬਾਣੀ ਗੁਰੂ ਦੇ ਬਚਨਾਂ 'ਤੇ ਭਰੋਸਾ ਕਰਾਂਗੇ ਅਤੇ ਸਾਡਾ ਭਰਮ ਖਤਮ ਹੋ ਜਾਏ। ਜੇ ਸਾਨੂੰ ਭਰੋਸਾ ਨਹੀਂ, ਸਾਨੂੰ ਵਿਸ਼ਵਾਸ ਨਹੀਂ, ਤਾਂਹੀਓ ਸਾਡਾ ਇਹ ਭਰਮ ਖਤਮ ਨਹੀਂ ਹੁੰਦਾ। ਤਾਂਹੀਓ ਸਾਡੇ ਸਹਿੰਸੇ ਫਿਕਰ ਚਿੰਤਾਵਾਂ ਇਹ ਖਤਮ ਹੀ ਨਹੀਂ ਹੁੰਦੀਆਂ। ਇਸ ਕਰਕੇ ਫਿਰ ਸਾਨੂੰ ਸਤਿਗੁਰੂ ਵਾਰ-ਵਾਰ ਸਮਝਾਉਂਦੇ ਵੀ ਭਰੋਸਾ ਕਰੋ, ਗੁਰੂ ਦੇ ਬਚਨਾਂ 'ਤੇ ਪ੍ਰਤੀਤ ਕਰੋ। ਹੁਣ ਇਹ ਭਰੋਸਾ, ਇਹ ਪ੍ਰਤੀਤ ਸਾਨੂੰ ਫਿਰ ਹੀ ਆਉਂਦੀ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ। ਜਿਉਂ-ਜਿਉਂ ਅਸੀਂ ਸਿਮਰਨ ਕਰਦੇ ਜਾਵਾਂਗੇ ਇਉਂ ਸਾਨੂੰ ਗੁਰੂ ਦੇ ਬਚਨਾਂ 'ਤੇ ਭਰੋਸਾ ਆਉਂਦਾ ਜਾਏਗਾ, ਪ੍ਰਤੀਤ ਆਉਂਦੀ ਜਾਏਗੀ। ਜੇ ਹੁਣ ਜੀਵ ਸਿਮਰਨ ਨਹੀਂ ਕਰਦਾ, ਸਤ ਸੰਗਤ ਨਹੀਂ ਕਰਦਾ, ਉਹਨੂੰ ਭਰੋਸਾ ਹੀ ਨਹੀਂ, ਉਹਨੂੰ ਪ੍ਰਤੀਤ ਹੀ ਨਹੀਂ ਹੈ। ਨਾ ਭਰੋਸਾ ਹੋਣ ਕਰਕੇ ਹੀ ਅਸੀਂ ਤਾਂਹੀਓ ਵਾਰ-ਵਾਰ ਜ਼ਿਆਦਾ ਬੋਲਦੇ ਹਾਂ, ਤਾਂਹੀਓ ਝੱਖ ਮਾਰਦੇ ਹਾਂ। ਜੇ ਸਾਨੂੰ ਭਰੋਸਾ ਹੀ ਹੈ ਵੀ ਮਾਲਕ ਨੇ ਜੋ ਕਰਨਾ ਉਹੀਓ ਭਲਾ ਸਾਡੇ ਵਾਸਤੇ, ਅਤੇ ਫਿਰ ਤਾਂ ਸਾਨੂੰ ਬੋਲਣ ਦੀ ਲੋੜ ਹੀ ਨਹੀਂ। ਫਿਰ ਤਾਂ ਸਾਡਾ ਮਨ ਸਹਿਜ ਵਿੱਚ ਆ ਜਾਂਦਾ ਵੀ ਜੋ ਮਾਲਕ ਤੂੰ ਕਰੇਗਾ, ਤੂੰ ਚੰਗਾ ਹੀ ਕਰੇਗਾ, ਸਾਡੇ ਵਾਸਤੇ ਉਹੀਓ ਭਲਾ। ਇਸ ਵਾਸਤੇ ਫਿਰ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਇਹ ਸਾਨੂੰ ਭਾਣਾ ਮੰਨਣਾ ਸਿਖਾਇਆ। ਬਈ ਜਿਹੜਾ ਗੁਰਮੁਖ ਹੈ ਉਹ ਭਾਣਾ ਮੰਨਦਾ, ਉਹ ਭਾਣੇ ਦੇ ਵਿੱਚ, ਉਹ ਹੁਕਮ ਦੇ ਵਿੱਚ ਗੁਰਮੁਖ ਹੋਵੇ ਸੋ ਭਾਣਾ ਮੰਨੇ। ਵੀ ਜਿਹੜਾ ਗੁਰਮੁਖ ਉਹ ਭਾਣਾ ਮੰਨਦਾ, ਉਹਨੂੰ ਭਰੋਸਾ ਹੈ, ਜਿਵੇਂ ਭਗਤਾਂ ਨੂੰ ਭਰੋਸਾ ਮਾਲਕ 'ਤੇ। ਰਾਮ ਜਨਾਂ ਕੋ ਰਾਮ ਭਰੋਸਾ, ਵੀ ਜਿਹੜੇ ਰਾਮ ਦੇ ਜਨ, ਹਰੀ ਦੇ ਜਨ, ਉਹਨਾਂ ਨੂੰ ਰਾਮ 'ਤੇ, ਵਾਹਿਗੁਰੂ 'ਤੇ ਭਰੋਸਾ ਹੈ, ਉਹਨਾਂ ਨੂੰ ਪ੍ਰਤੀਤ, ਉਹਨਾਂ ਨੂੰ ਵਿਸ਼ਵਾਸ। ਜਿਵੇਂ ਭਰੋਸਾ ਭਗਤਾਂ ਨੂੰ, ਜਿਵੇਂ ਬਾਬਾ ਕਬੀਰ ਜੀ, ਉਹਨਾਂ ਨੂੰ ਜਦੋਂ ਸਜ਼ਾ ਦੇਣ ਲੱਗੇ, ਰਾਜੇ ਨੇ ਸਜ਼ਾ ਸੁਣਾਤੀ ਵੀ ਇਹਨਾਂ ਨੂੰ ਜਿਉਂਦਿਆਂ ਨੂੰ ਚਿਖਾ 'ਤੇ ਬਿਠਾ ਕੇ ਇਹਨਾਂ ਨੂੰ ਜਿਉਂਦਿਆਂ ਨੂੰ ਅੱਗ ਲਾ ਦਿੱਤੀ। ਫਤਵਾ ਸੁਣਾਤਾ ਉਹਨਾਂ ਨੂੰ ਸਜ਼ਾ। ਜਦੋਂ ਚਿਖਾ ਤਿਆਰ ਕੀਤੀ ਗਈ, ਵਿੱਚੋਂ ਜੀਵਾਂ ਨੂੰ ਹਮਦਰਦੀ ਹੁੰਦੀ, ਉਹ ਵਿੱਚੋਂ ਹੀ ਕੋਈ ਜੀਵ ਕਹਿਣ ਲੱਗੇ ਵੀ ਤੁਹਾਨੂੰ ਸਜ਼ਾ ਇਸ ਕਰਕੇ ਦੇਣ ਲੱਗੇ ਵੀ ਤੁਸੀਂ ਰਾਮ ਰਾਮ ਜਪਦੇ, ਤੁਸੀਂ ਆਪ ਹੀ ਕਹਿੰਦੇ ਹੋ ਵੀ ਰਾਮ ਅਤੇ ਖੁਦਾ ਦੇ ਵਿੱਚ ਕੋਈ ਫਰਕ ਨਹੀਂ, ਅੱਲਾ ਰਾਮ ਖੁਦਾ ਇੱਕੋ ਹੀ ਨਹੀਂ। ਫਿਰ ਤੁਸੀਂ ਰਾਮ ਰਾਮ ਛੱਡ ਕੇ ਤੁਸੀਂ ਖੁਦਾ ਖੁਦਾ ਕਹਿਣ ਲੱਗ ਜਾਓ ਅਤੇ ਤੁਹਾਡੀ ਜਾਨ ਬਚ ਸਕਦੀ, ਤੁਹਾਨੂੰ ਸਜ਼ਾ ਨਹੀਂ ਦਿੱਤੀ ਜਾਏਗੀ। ਇਹ ਬਾਬਾ ਕਬੀਰ ਜੀ ਕਹਿਣ ਲੱਗੇ ਵੀ ਸਾਨੂੰ ਤਾਂ ਪਤਾ ਹੀ ਹੈ ਵੀ ਰਾਮ ਅਤੇ ਅੱਲਾ 'ਚ ਕੋਈ ਫਰਕ ਨਹੀਂ, ਖੁਦਾ ਇੱਕੋ ਹੀ ਹੈ। ਪਰ ਜਿਹੜੇ ਜੀਵ ਸਜ਼ਾ ਦੇ ਰਹੇ
ਉਹ ਹੀ ਭੇਦ ਸਮਝਦੇ, ਉਹ ਸਮਝਦੇ ਵੀ ਅੱਲਾ ਕੋਈ ਹੋਰ ਹੈ, ਖੁਦਾ ਕੋਈ ਤੇ ਰਾਮ ਕੋਈ ਹੋਰ ਹੈ, ਤਾਈਓ ਤਾਂ ਸਜ਼ਾ ਦੇਣ ਲੱਗੇ। ਬਈ ਅਸੀਂ ਤਾਂ ਰਾਮ ਰਾਮ ਹੀ ਜਪਣਾ, ਤੇ ਤੁਸੀਂ ਆਪਦਾ ਕੰਮ ਕਰੋ, ਸਾਨੂੰ ਆਪਦਾ ਕਰਨ ਦਿਓ। ਹੁਣ ਜਦੋਂ ਚਿਖਾ ਤਿਆਰ ਕੀਤੀ ਗਈ ਤੇ ਬਾਬਾ ਕਬੀਰ ਜੀ ਆਖਣ ਲੱਗੇ ਬਈ ਮਾਲਕ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਜੇ ਮਾਲਕ ਪਰਮਾਤਮਾ ਸਾਨੂੰ ਇੱਦਾਂ ਸਾੜ ਕੇ ਸਾਡੀ ਜਾਨ ਨਿਕਲਣੀ ਹੈ, ਸਾਡਾ ਸਮਾਂ ਆ ਗਿਆ ਤੇ ਸਾਨੂੰ ਕੋਈ ਬਚਾ ਹੀ ਨਹੀਂ ਸਕਦਾ, ਜਾਣਾ ਹੀ ਪੈਣਾ ਸੰਸਾਰ ਦੇ ਵਿੱਚ। ਮਹਾਰਾਜ ਕਹਿੰਦੇ ਕਹੋ ਕਬੀਰ ਦੋਈ ਅੱਖਰ ਭਾਖ, ਹੋਏਗਾ ਖਸਮ ਤਾਂ ਲਏਗਾ ਰੱਖ। ਜੇ ਉਹਨੇ ਰੱਖਣਾ ਹੈ ਤੇ ਉਹਨੇ ਰੱਖ ਹੀ ਲੈਣਾ। ਜੇ ਸਜ਼ਾ ਰਾਜੇ ਨੇ ਆਪਦੀ ਮੱਤ ਦੁਆਰਾ ਸੁਣਾਈ ਹੈ ਤੇ ਕੋਈ ਮਾਰ ਨਹੀਂ ਸਕਦਾ, ਜੇ ਸਮਾਂ ਆ ਗਿਆ ਤੇ ਕੋਈ ਰੱਖ ਨਹੀਂ ਸਕਦਾ। ਬਈ ਉਹ ਆਪ ਹੀ ਅਗਨ ਹੈ, ਆਪ ਹੀ ਉਹ ਪਾਣੀ ਹੈ, ਆਪ ਹੀ ਉਹ ਪੌਣ ਹੈ। ਜੇ ਮਾਲਕ ਸਾਨੂੰ ਇਸੇ ਤਰ੍ਹਾਂ ਸਾੜਨਾ ਹੀ ਚਾਹੁੰਦਾ ਤੇ ਕੋਈ ਨਹੀਂ ਬਚਾ ਸਕਦਾ। ਇਹਨੂੰ ਕਹਿੰਦੇ ਭਰੋਸਾ। ਮਹਾਰਾਜ ਕਹਿੰਦੇ ਆਪੇ ਪਾਵਕ ਆਪੇ ਪਵਣਾ, ਜਾਰੇ ਖਸਮ ਤਾਂ ਰਾਖੀ ਕਵਣਾ। ਜੇ ਉਹੀ ਜਾਲਣਾ ਚਾਹੁੰਦਾ ਤੇ ਫਿਰ ਤਾਂ ਕੋਈ ਬਚਾ ਹੀ ਨਹੀਂ ਸਕਦਾ। ਔਰ ਉਹਨਾਂ ਨੇ ਜਦੋਂ ਅੱਗ ਲਾ ਦਿੱਤੀ ਤੇ ਉਹਨਾਂ ਨੂੰ ਮਾਲਕ ਨੇ ਬਾਲ ਨਹੀਂ ਬਾਕਾ ਹੋਣ ਦਿੱਤਾ ਉਹਨਾਂ। ਇਸ ਕਰਕੇ ਸਾਰਾ ਜਿਹੜਾ ਖੇਲ ਇਹ ਭਰੋਸੇ ਦਾ, ਵੀ ਸਾਨੂੰ ਗੁਰੂ 'ਤੇ ਕਿੰਨਾ ਕੁ ਭਰੋਸਾ ਹੈ। ਜਿਵੇਂ ਭਰੋਸਾ ਕੀਤਾ ਬਾਬਾ ਵਿਧੀ ਚੰਦ ਨੇ। ਸੰਗਤ ਆ ਰਹੀ ਸੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ, ਤੇ ਰਾਹ ਦੇ ਵਿੱਚ ਹੀ ਪੱਟੀ ਦਾ ਜੋ ਰਾਜਾ ਸੀ ਤੇ ਉਹਨਾਂ ਨੇ ਉਹ ਸੰਗਤ ਜੋ ਦਰਸ਼ਨ ਭੇਟਾ ਦਿਸ਼ਾਲੇ ਲੈ ਕੇ ਚੱਲੇ ਸੀ ਉਹਨਾਂ ਨੇ ਉਹ ਰੱਖ ਲਈ। ਤੇ ਜਦੋਂ ਸੰਗਤ ਗਈ ਤੇ ਉਹਨਾਂ ਨੇ ਬੇਨਤੀ ਕੀਤੀ ਵੀ ਅਸੀਂ ਲੈ ਕੇ ਆਏ ਸੀ, ਉਹਨਾਂ ਨੇ ਰਾਹ 'ਚ ਹੀ ਰੱਖ ਲਈ। ਤੇ ਮਹਾਰਾਜ ਨੇ ਬਾਬਾ ਵਿਧੀ ਚੰਦ ਦੀ ਡਿਊਟੀ ਲਾਈ ਵੀ ਸੰਗਤਾਂ ਦੀ ਭੇਟਾ ਲੈ ਕੇ ਆਓ। ਔਰ ਉਹ ਜਦੋਂ ਉਹ ਦਿਸ਼ਾਲੇ ਲੈਣ ਵਾਸਤੇ ਆਏ ਤੇ ਉਹਨਾਂ ਨੇ ਉਹ ਦਿਸ਼ਾਲੇ ਲੈ ਲਏ ਤੇ ਰੌਲਾ ਪੈ ਗਿਆ ਵੀ ਚੋਰੀ ਹੋ ਗਈ। ਤੇ ਪਾਰਟੀ ਦੇ ਜਿਹੜੇ ਦਰਵਾਜ਼ੇ ਸੀ ਮੇਨ, ਜਿਵੇਂ ਅੱਗੇ ਗੇਟ ਹੁੰਦੇ ਸੀ ਦਰਵਾਜ਼ੇ ਬਣੇ, ਉਹ ਸਾਰੇ ਦਰਵਾਜ਼ੇ ਬੰਦ ਕਰਤੇ ਵੀ ਬਾਹਰ ਨਾ ਜਾ ਸਕਣ। ਤੇ ਘਰ ਘਰ ਦੀ ਉਹ ਤਲਾਸ਼ੀ ਹੋਣ ਲੱਗੀ। ਔਰ ਬਾਬਾ ਵਿਧੀ ਚੰਦ ਜੀ ਉਹ ਪਠਿਆਰੇ ਕੋਲ ਚਲੇ ਗਏ। ਉਹਨਾਂ ਨੇ ਬੁਰਕਾ ਪਾਇਆ ਹੋਇਆ ਤੇ ਉਹਨੂੰ ਆਖਿਆ ਵੀ ਮੈਨੂੰ ਲੁਕਣ ਲਈ ਥਾਂ ਚਾਹੀਦੀ। ਉਹਨਾਂ ਨੇ ਆਖਿਆ ਵੀ ਤੂੰ ਕੌਣ ਹੈ? ਉਹ ਕਹਿੰਦਾ ਵੀ ਮੈਂ ਸਿੱਖ ਹਾਂ। ਉਹਨੇ ਬੁਰਕਾ ਚੁੱਕਿਆ ਤੇ ਦਿਖਾਇਆ ਆਪਣਾ। ਉਹ ਕਹਿੰਦੇ ਵੀ ਗੁਰੂ 'ਤੇ ਤੈਨੂੰ ਆਪਣੇ 'ਤੇ ਭਰੋਸਾ ਹੈ? ਮੈਨੂੰ ਆਪਣੇ ਗੁਰੂ 'ਤੇ ਪੂਰਾ ਭਰੋਸਾ ਹੈ। ਉਹ ਕਹਿੰਦੇ ਵੀ ਮੇਰੇ ਕੋਲ ਹੋਰ ਤਾਂ ਕੋਈ ਥਾਂ ਨਹੀਂ, ਆ ਭੱਠੀ ਹੈ ਵੀ ਇਹਦੇ 'ਚ ਵੜ ਜਾ। ਉਹਨਾਂ ਨੇ ਆਖਿਆ ਵੀ ਚੁੱਕ ਕੜਾਈਆ, ਤਾਂ ਉਹਨਾਂ ਨੇ ਉਹ ਕੜਾਈਆ ਚੱਕਿਆ ਤੇ ਉਹਨਾਂ ਨੇ ਬਲਦੀ ਅੱਗ ਦੇ ਵਿੱਚ ਛਾਲ ਮਾਰੀ। ਤੇ ਨਾਲ ਹੀ ਉਹਨੂੰ ਆਖਿਆ ਵੀ ਅੱਗ ਡਾਹੀ ਚੱਲੀ ਹੁਣ। ਤੇ ਛੇਵੇਂ ਪਾਤਸ਼ਾਹ ਭਾਈ ਕੀ ਡਰੋਲੀ ਬੈਠੇ ਨੇ, ਹੁਣ ਉਹਨਾਂ ਨੂੰ ਹੀ ਉੱਥੇ ਬੈਠਿਆ ਨੇ ਉਹਨਾਂ ਰੱਖਾ ਚੱਕਰ ਬਣਾ ਤਾ। ਵੀ ਸਾਰੀ ਜਿਹੜੀ ਕਹਾਣੀ ਵੀ ਭਰੋਸੇ ਦੀ, ਵੀ ਉਹਨਾਂ ਨੂੰ ਗੁਰੂ 'ਤੇ ਇੰਨਾ ਭਰੋਸਾ ਸੀ। ਜੇ ਉਹਨਾਂ ਨੂੰ ਭਰੋਸਾ ਨਾ ਹੁੰਦਾ ਗੁਰੂ 'ਤੇ ਤੇ ਉਹ ਕਦੇ ਅੱਗ ਦੇ ਵਿੱਚ ਛਾਲ ਮਾਰਦੀ ਨਹੀਂ ਸੀ। ਤੇ ਜਦੋਂ ਰੱਖਿਆ ਚੱਕਰ ਬਣਾ ਦਿੱਤਾ ਤੇ ਉਹ ਤਲਾਸ਼ੀ ਜਦੋਂ ਹੋ ਹਟੀ, ਦਰਵਾਜ਼ੇ ਖੁੱਲ੍ਹ ਗਏ ਵੀ। ਤੇ ਫਿਰ ਉਹਨੇ ਪਠਿਆਰੇ ਨੇ ਆਖਿਆ ਵੀ ਹੁਣ ਤੁਸੀਂ ਜਾ ਸਕਦੇ ਹੋ। ਬਾਹਰ ਨਿਕਲੇ ਤੇ ਚਲੇ ਗਏ। ਇਸ ਤਰ੍ਹਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਨੂੰ ਗੁਰੂ 'ਤੇ ਇੰਨਾ ਭਰੋਸਾ ਹੋਣਾ ਚਾਹੀਦਾ ਵੀ ਜੇ ਤਾਂ ਸਾਨੂੰ ਭਰੋਸਾ ਹੈ ਫਿਰ ਉਹ ਸਾਡਾ ਵਾਲ ਬਾਕਾ ਨਹੀਂ ਹੋਣ ਦਿੰਦਾ। ਕਿਉਂਕਿ ਇੱਧਰ ਇਹ ਤ੍ਰੈ ਗੁਣਾਂ ਦੇ ਵਿੱਚ ਇਹ ਵੀ ਅੱਗ ਹੈ, ਇਹ ਵੀ ਭੱਠੀ ਹੈ। ਜਿਵੇਂ ਉਹਨਾਂ ਨੇ ਭੱਠ 'ਚ ਛਾਲ ਮਾਰੀ ਨੇ, ਇਸੇ ਤਰ੍ਹਾਂ ਹੀ ਇਹ ਤ੍ਰੈ ਗੁਣ ਨੇ ਜਿਹੜੇ ਇਹਨਾਂ ਨੂੰ ਅਗਨ ਆਖੀ। ਇਹ ਸਾਡਾ ਪਰਿਵਾਰ ਅਗਨ ਹੈ, ਕੁਟੁੰਬ, ਫਿਰ ਇਹ ਸੰਸਾਰ ਅਗਨ ਹੈ। ਅਗਨ ਕੁਟੁੰਬ ਸਾਗਰ ਸੰਸਾਰ।
ਜੇ ਸਾਨੂੰ ਗੁਰੂ ਦੇ ਬਚਨਾਂ 'ਤੇ ਭਰੋਸਾ ਹੈ ਤੇ ਸਾਨੂੰ ਇਹ ਅਗਨ ਨਹੀਂ ਲੱਗੀ। ਸਾਡੀ ਅਗਨ ਦੇ ਵਿੱਚ ਮਾਲਕ ਰੱਖਿਆ ਕਰਦਾ, ਰੱਖਿਆ ਚੱਕਰ ਬਣ ਜਾਂਦਾ ਨਾਮ ਦਾ ਇਰਦ ਗਿਰਦ। ਜੇ ਸਾਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ, ਪ੍ਰਤੀਤ ਨਹੀਂ, ਫਿਰ ਇਹ ਅੱਗ ਸਾਨੂੰ ਸਾੜਦੀ ਹੈ, ਫਿਰ ਅਸੀਂ ਇਹ ਅਗਨ ਦੇ ਵਿੱਚ ਜਲਦੇ ਹਾਂ। ਆਈਆਂ ਮਹਾਰਾਜ ਨੇ ਸਾਨੂੰ ਸਮਝਾਇਆ ਸੀ ਵੀ ਜਿੱਦਾਂ ਦੀ ਮਾਤਾ ਦੇ ਗਰਭ ਦੀ ਅਗਨ, ਹੁਣ ਮਾਤਾ ਦੇ ਗਰਭ ਦੇ ਅਗਨ ਦੇ ਵਿੱਚ ਤਾਂ ਸਾਡਾ ਰੱਖਿਆ ਚੱਕਰ ਬਣਿਆ ਨਾਮ ਦੁਆਰਾ। ਆਈਆਂ ਸਾਨੂੰ ਉੱਥੇ ਅਗਨ ਲੱਗਦੀ ਨਹੀਂ, ਸਾਨੂੰ ਸੇਕ ਲੱਗਦਾ ਨਹੀਂ। ਹੁਣ ਇੱਧਰ ਅਸੀਂ ਆ ਕੇ ਨਾਮ ਤੋਂ ਟੁੱਟ ਗਏ, ਇਸ ਲਈ ਫਿਰ ਇਹ ਅਗਨ ਸਾਨੂੰ ਲੱਗਦੀ, ਹੁਣ ਸਾਡੇ ਮਨ ਨੂੰ ਸਾੜਦੀ। ਆਈਆਂ ਮਹਾਰਾਜ ਸਾਨੂੰ ਸਮਝਾਉਂਦੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਹੁਣ ਉੱਥੇ ਤਾਂ ਸਾਡੀ ਨਾਮ ਨੇ ਰੱਖਿਆ ਕੀਤੀ ਮਾਂ ਦੇ ਗਰਭ ਦੇ ਵਿੱਚ, ਅਗਨ ਦੇ ਵਿੱਚ। ਹੁਣ ਇੱਧਰ ਅਸੀਂ ਆ ਗਏ ਹਾਂ, ਇੱਧਰ ਇਹ ਅਗਨ ਤੋਂ ਅਸੀਂ ਫੇਰ ਹੀ ਬਚ ਸਕਦੇ ਜੇ ਹੁਣ ਅਸੀਂ ਨਾਮ ਦਾ ਰੱਖਿਆ ਚੱਕਰ ਬਣਾਵਾਂਗੇ। ਜੇ ਅਸੀਂ ਗੁਰੂ ਦੇ ਬਚਨਾਂ 'ਤੇ ਪ੍ਰਤੀਤ ਕਰਾਂਗੇ, ਭਰੋਸਾ ਕਰਾਂਗੇ, ਫਿਰ ਸਾਨੂੰ ਇਹ ਅਗਨ ਪੋ ਨਹੀਂ ਸਕਦੀ, ਫਿਰ ਇਹ ਸਾਨੂੰ ਅਗਨ ਸਾੜ ਨਹੀਂ ਸਕਦੀ। ਜਿਵੇਂ ਬਾਬਾ ਵਿਧੀ ਚੰਦ ਦੀ ਕੋਈ ਇਹ ਅਵਸਥਾ ਨਹੀਂ ਸੀ ਉਹਨਾਂ ਦੀ ਵੀ ਉਹ ਤੱਤਾਂ 'ਚ ਤੱਤ ਨਹੀਂ ਸੀ ਖਿਲਾਰਦੀ, ਬਈ ਉਹਨਾਂ ਨੂੰ ਸਿਰਫ ਭਰੋਸਾ ਹੀ ਸੀ ਗੁਰੂ 'ਤੇ। ਇਸ ਕਰਕੇ ਉਹਨਾਂ ਨੂੰ ਫਿਰ ਉਹ ਅੱਗ ਦੇ ਵਿੱਚ ਵੀ ਮਹਾਰਾਜ ਨੇ ਰੱਖਿਆ ਕੀਤੀ। ਹੁਣ ਇਸੇ ਤਰ੍ਹਾਂ ਹੀ ਜੇ ਸਾਡੀ ਇਹ ਅਵਸਥਾ ਨਹੀਂ ਵੀ ਅਸੀਂ ਨਾਮ ਦੇ ਨਾਲ ਜੁੜੀਏ, ਅਸੀਂ ਪਰਮਾਤਮਾ ਦੇ ਨਾਲ ਮਿਲਾਪ ਕਰ ਲਈਏ, ਅਸੀਂ ਇਹਨਾਂ ਤੱਤਾਂ ਦੇ ਵਿੱਚ ਤੱਤਾਂ ਨੂੰ ਸਮਾ ਦਈਏ, ਜੇ ਸਾਡੀ ਅਵਸਥਾ ਨਹੀਂ ਵੀ ਸਾਨੂੰ ਗੁਰੂ ਦੇ ਬਚਨਾਂ 'ਤੇ ਭਰੋਸਾ ਹੀ ਆ ਜਾਵੇ, ਜੇ ਅਸੀਂ ਗੁਰੂ ਦੇ ਬਚਨਾਂ 'ਤੇ ਭਰੋਸਾ ਹੀ ਕਰ ਲਿਆ, ਪ੍ਰਤੀਤ ਕਰ ਲਈ, ਅਤੇ ਗੁਰੂ ਨੂੰ ਆਪੇ ਫਿਕਰ, ਫਿਰ ਸਤਿਗੁਰੂ ਨੂੰ ਫਿਕਰ ਹੈ ਵੀ ਇਹਨਾਂ ਨੇ ਮੇਰੇ 'ਤੇ ਭਰੋਸਾ ਤਾਂ ਕੀਤਾ ਨਾ। ਜੇ ਅਸੀਂ ਭਰੋਸਾ ਕਰ ਲਿਆ ਤਾਂ ਉਹਨਾਂ ਨੇ ਰੱਖਿਆ ਚੱਕਰ ਬਣਾ ਦੇਣਾ ਸੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਭਰੋਸਾ ਕਰੋ, ਪ੍ਰਤੀਤ ਕਰੋ। ਹੁਣ ਜਿਉਂ-ਜਿਉਂ ਅਸੀਂ ਭਰੋਸਾ ਕਰਾਂਗੇ, ਪ੍ਰਤੀਤ ਕਰਾਂਗੇ, ਸਾਡਾ ਇਹ ਭਰਮ ਖਤਮ ਹੁੰਦਾ ਜਾਣਾ। ਭਰਮ ਤਾਂ ਹੀ ਹੈ ਜਦੋਂ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਅਤੇ ਭਰਮ ਹੈ। ਜਦੋਂ ਸਾਨੂੰ ਭਰੋਸਾ ਆ ਗਿਆ ਸਤਿਗੁਰਾਂ 'ਤੇ, ਗੁਰੂ ਦੇ ਬਚਨਾਂ 'ਤੇ, ਸਾਡਾ ਇਹ ਸਾਰਾ ਹੀ ਭਰਮ ਖਤਮ ਹੋ ਜਾਣਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਇਹਨਾਂ ਦਾ ਆਖਿਆ ਮੰਨੋ, ਅਤੇ ਸਾਨੂੰ ਕੀ ਕਹਿ ਰਹੇ ਵੀ ਸਿਮਰਨ ਕਰੋ। ਬਈ ਇਹ ਸਿਮਰਨ ਤੋਂ ਬਿਨਾਂ ਸਾਡੇ ਮਨ ਦਾ ਛੁਟਕਾਰਾ ਹੋਣਾ ਨਹੀਂ। ਮਹਾਰਾਜ ਕਹਿੰਦੇ ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰਿ ਭਜਨ ਨਾਹੀ ਛੁਟਕਾਰਾ। ਬਈ ਨਾਮ ਤੋਂ ਬਿਨਾਂ ਸਾਡੇ ਮਨ ਦਾ ਛੁਟਕਾਰਾ ਹੁੰਦਾ ਨਹੀਂ ਹੈ, ਇਹ ਮੁਕਤ ਨਹੀਂ ਹੋ ਸਕਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਹੜਾ ਵੀ ਪ੍ਰਾਣੀ ਪਰਮਾਤਮਾ ਨੂੰ ਧਿਆਉਂਦਾ, ਜਿਹੜਾ ਉਹਦਾ ਸਿਮਰਨ ਕਰਦਾ, ਚਾਹੇ ਉਹ ਪੜ੍ਹਿਆ ਲਿਖੇ, ਚਾਹੇ ਉਹ ਅਨਪੜ੍ਹ, ਦੋਵੇਂ ਹੀ ਪਰਮਾਤਮਾ ਨੂੰ ਮਿਲ ਸਕਦੇ। ਪਰ ਮਿਲੇਗਾ ਉਹੀ ਜਿਹੜਾ ਧਿਆਏਗਾ, ਜਿਹੜਾ ਸਿਮਰਨ ਕਰੇਗਾ। ਮਹਾਰਾਜ ਫਰਮਾਉਂਦੇ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਬਈ ਦੋਵੇਂ ਹੀ ਪਰਮ ਗਤੀ ਨੂੰ ਪ੍ਰਾਪਤ ਹੋ ਸਕਦੇ ਜੇ ਧਿਆਉਣ, ਜੇ ਸਿਮਰਨ ਕਰਨ ਤਾਂ। ਇਸ ਲਈ ਫਿਰ ਆਪਾਂ ਨੂੰ ਵਾਰ-ਵਾਰ ਗੁਰਬਾਣੀ ਗੁਰੂ ਵਿੱਚ ਇਹ ਸਿਮਰਨ ਕਰਨ ਨੂੰ ਆਖੀ। ਕਿਤੇ ਕਹਿੰਦੇ ਜਪੋ, ਧਿਆਵੋ, ਰਾਧੋ, ਮਾਲਕ ਦੇ ਗੁਣ ਗਾਵੋ, ਇਹ ਸਿਮਰਨ ਕਰਨ ਨੂੰ ਕਹਿ ਰਹੇ ਸਨ। ਬਈ ਜੇ ਅਸੀਂ ਸਿਮਰਨ ਨਹੀਂ ਕਰਦੇ, ਮਾਲਕ ਦੇ ਗੁਣ ਨਹੀਂ ਗਾਉਂਦੇ, ਸਾਡਾ ਜਿਹੜਾ ਜੀਵਨ ਉਹ ਵਿਅਰਥ ਜਾ ਰਿਹਾ। ਮਹਾਰਾਜ ਤਾਂਹੀਓ ਸਾਡੇ ਮਨਾਂ ਨੂੰ ਬੜੇ ਪਿਆਰ ਦੇ ਨਾਲ ਸਾਧ ਕਹਿ ਕੇ ਸਾਨੂੰ ਸੰਬੋਧਨ ਕਰਦੇ। ਮਹਾਰਾਜ ਕਹਿੰਦੇ ਸਾਧੋ ਗੋਬਿੰਦ ਕੀ ਗੁਣ ਗਾਵੋ, ਮਾਨਸ ਜਨਮ ਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਬਈ ਸਾਧੂਓ, ਸੰਤੋ, ਮਾਲਕ ਦੇ ਗੁਣ ਗਾਓ, ਉਹਦਾ ਸਿਮਰਨ ਕਰੋ,
ਇਹ ਜਿਹੜਾ ਮਾਨ ਸਜ਼ਾਵਾਂ ਸਾਨੂੰ ਮਿਲਿਆ ਉਹ ਮੌਲਕ ਵੀ ਜਿਹਦਾ ਕੋਈ ਮੁੱਲ ਨਹੀਂ, ਜਿਹਦੀ ਕੋਈ ਕੀਮਤ ਨਹੀਂ ਹੈ, ਉਹ ਮੁੱਲ ਵਸਤੂ ਹੈ। ਬਈ ਜੇ ਨਹੀਂ ਮਾਲਕ ਦੇ ਗੁਣ ਗਾਉਂਦੇ ਤਾਂ ਇਹਨੂੰ ਵਿਅਰਥਾ ਕਿਉਂ ਗਵਾ ਰਹੇ ਹੋ, ਵੀ ਤੁਹਾਡਾ ਵਿਅਰਥ ਜਾ ਰਿਹਾ। ਜੇ ਅਸੀਂ ਸਿਮਰਨ ਨਹੀਂ ਕਰਦੇ ਸਾਨੂੰ ਘਾਟਾ ਪੈ ਰਿਹਾ। ਮਹਾਰਾਜ ਕਹਿੰਦੇ ਬਿਨ ਗੁਰ ਸੇਵੇ ਘਾਟੇ ਘਾਟ। ਬਈ ਨਹੀਂ ਸਿਮਰਨ ਕਰਾਂਗੇ ਤੇ ਘਾਟਾ ਹੀ ਘਾਟਾ। ਤਾਂਹੀਓ ਫਿਰ ਸਾਨੂੰ ਕਹਿੰਦੇ ਵੀ ਘਾਟਾ ਨਾ ਖਾਓ, ਵੀ ਸਿਮਰਨ ਕਰੋ ਤੇ ਲਾਹਾ ਖੱਟੋ। ਰਾਣੀ ਤੋਂ ਆਇਆ ਲਾਹਾ ਲੈਣ, ਲੱਗਿਆ ਕਿ ਤੇ ਕੋ ਫਕੜੇ ਸਾ ਮੁੱਕਦੀ ਚੱਲੀ ਰਹਿਣ। ਵੀ ਤੁਸੀਂ ਲਾਹਾ ਖੱਟਣ ਆਏ ਹੋ, ਲਾਹਾ ਖੱਟ। ਆਓ ਹੁਣ ਅਸੀਂ ਕਿਵੇਂ ਲਾਹਾ ਖੱਟਣਾ, ਜੋ ਮਹਾਰਾਜ ਆਪਾਂ ਨੂੰ ਇਹ ਸਿਮਰਨ ਕਰਨ ਨੂੰ ਕਹਿ ਰਹੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਗੁਰਮੁਖ ਪਿਆਰਿਓ ਆਪਾਂ ਇਹ ਸਿਮਰਨ ਕਰਦੇ ਤੇ ਉਹਦੇ ਸਾਨੂੰ ਗੁਰੂ ਦੇ ਬਚਨਾਂ 'ਤੇ ਭਰੋਸਾ ਹੁੰਦਾ ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਉਹ ਬਿਲਕੁਲ ਸਾਨੂੰ ਸੱਚ ਕਹਿ ਰਹੇ। ਇਹ ਸਾਨੂੰ ਮਾਰੇ ਸਮਝਾਉਂਦੀ ਵੀ ਜੋ ਸਾਨੂੰ ਸਤਿਗੁਰੂ ਕਹਿ ਰਹੇ ਉਹਨੂੰ ਸਤ ਸਤ ਕਰਕੇ ਮੰਨੋ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ,
ਹਰ ਕਰਤਾ ਆਪ ਮੋਹੋਂ ਕਢਾਏ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਸਤ-ਸਤ ਕਰਕੇ ਮੰਨਾਂਗੇ, ਇਹਨਾਂ ਦੇ ਦੱਸੇ ਮਾਰਗ 'ਤੇ ਚੱਲਾਂਗੇ, ਅਤੇ ਸਾਨੂੰ ਪ੍ਰਤੱਖ ਉਹ ਸ਼ਬਦ ਗੁਰੂ ਨਾਮ ਦੇ ਨਾਲ ਜੋੜ ਦੇਣਗੇ। ਜਿੱਥੋਂ ਸਾਡੇ ਮਨ ਦੀ ਲਿਵ ਟੁੱਟੀ, ਸਾਨੂੰ ਉਹਦੇ ਨਾਲ ਜੋੜ ਦਿੰਦੇ ਸ਼ਬਦ ਗੁਰੂ ਨਾਲ। ਇਸ ਲਈ ਮਹਾਰਾਜ ਕਹਿੰਦੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਬਈ ਜਦੋਂ ਅਸੀਂ ਮੰਨਾਂਗੇ ਅਤੇ ਸਾਨੂੰ ਪ੍ਰਤੱਖ ਉਹ ਸ਼ਬਦ ਗੁਰੂ ਨਾਲ ਜੋੜਦੇ। ਇਸ ਵਾਸਤੇ ਫਿਰ ਸਾਡੇ ਮਨ ਨੂੰ ਸਮਝਾਉਂਦੇ ਵੀ ਤੂੰ ਰੋਸ ਨਾ ਕਰ, ਤੂੰ ਬਹੁਤਾ ਝੱਖ ਨਾ ਮਾਰ, ਤੂੰ ਉਹੀਓ ਸਿਮਰਨ ਕਰ। ਮਹਾਰਾਜ ਕਹਿੰਦੇ, ਮੇਰੇ ਮਨ ਕਾਹੇ ਰੋਸ ਕਰੀਜੇ, ਲਾਹਾ ਕਲ ਜੁਗ ਰਾਮ ਨਾਮ ਹੈ, ਗੁਰਮਤਿ ਅੰਦਨ ਹਿਰਦੇ ਰਵੀਜੇ। ਬਈ ਤੂੰ ਬਹੁਤਾ ਨਾ ਬੋਲ, ਝੱਖ ਨਾ ਮਾਰ, ਉਹੀਓ ਸਿਮਰਨ ਕਰ, ਤੈਨੂੰ ਇਹ ਲਾਹਾ ਹੈ ਜੀਵਨ 'ਚ। ਇਸ ਲਈ ਕਹਿੰਦੇ ਵੀ ਬਿਨਾਂ ਬੋਲਿਆਂ ਤੋਂ ਹੀ ਉਹ ਜਾਣਦਾ। ਅਈਓ ਮਹਾਰਾਜ ਕਹਿੰਦੇ, ਬਹੁਤਾ ਬੋਲਣ ਝੱਖਣ ਹੋਈ, ਬਿਨ ਬੋਲੇ ਜਾਣੇ ਸਭ ਸੋਈ। ਵੀ ਸਾਨੂੰ ਵਾਰ-ਵਾਰ ਬੋਲ ਕੇ ਉਹਨੂੰ ਦੱਸਣ ਦੀ ਲੋੜ ਨਹੀਂ, ਉਹ ਸਭ ਜਾਣਦਾ ਸਾਡੇ ਔਗਣਾਂ ਨੂੰ, ਜੋ ਵੀ ਉਹ ਸਭ ਜਾਣਦਾ, ਬਿਨਾਂ ਬੋਲਿਆਂ ਤੋਂ ਹੀ ਜਾਣਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੀ ਬਈ ਅਸੀਂ ਮਨ ਨੂੰ ਚੁੱਪ ਕਰਾਉਣਾ, ਇਹਨੇ ਚੁੱਪ ਹੋਣਾ ਹੁਣ ਸਿਮਰਨ ਕਰਕੇ। ਔਰ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਾਂਗੇ ਉਨਾ ਹੀ ਸਾਨੂੰ ਲਾਹਾ, ਸਾਨੂੰ ਗਿਆਨ ਦ੍ਰਿੜ ਹੁੰਦਾ ਸਾਡੇ ਮਨ ਨੂੰ। ਸਾਨੂੰ ਜਿੰਨੀ ਅਸੀਂ ਸੰਗਤ ਕਰਦੇ, ਸਾਨੂੰ ਭਰੋਸਾ ਹੁੰਦਾ, ਸਾਨੂੰ ਵਿਸ਼ਵਾਸ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ, ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ। ਵੀ ਸਾਨੂੰ ਦ੍ਰਿੜ ਭਰੋਸਾ ਹੋ ਜਾਂਦਾ, ਸਾਨੂੰ ਦ੍ਰਿੜ ਗਿਆਨ ਹੋ ਜਾਂਦਾ। ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਆਇਸਾ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਗੁਰਮੁਖਾਂ ਨੇ ਆਪਾਂ ਨੂੰ ਸਮਝਾਇਆ ਗੁਰਬਾਣੀ ਗੁਰੂ ਦੁਆਰਾ, ਵੀ ਸਾਡੇ ਸਾਰਿਆਂ ਦੇ ਜੀਵਨ ਦਾ ਜੋ ਮਨੋਰਥ ਹੈ, ਪਰਮਾਤਮਾ ਨਿਰੰਕਾਰ ਨੂੰ ਮਿਲਣਾ, ਫਿਰ ਹੀ ਆਪਣਾ ਇੱਥੇ ਆਉਣਾ ਸਫਲ ਹੈ, ਫਿਰ ਹੀ ਸਾਡਾ ਮਨੋਰਥ ਪੂਰਾ ਹੁੰਦਾ, ਜਦੋਂ ਆਪਾਂ ਪਰਮਾਤਮਾ ਵਾਹਿਗੁਰੂ ਨਾਲ ਮਿਲਾਪ ਕਰ ਲਾਂਗੇ। ਮਹਾਰਾਜ ਇਸ ਲਈ ਸਾਨੂੰ ਰੋਜ਼ ਫਰਮਾਉਂਦੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਭਾਰ ਬ੍ਰਹਮ ਪ੍ਰਭ ਆਇਆ, ਉਤਰੇ ਸਗਲ ਵਸੂਰੇ। ਉਹਨਾਂ ਨੇ ਆਪਾਂ ਨੂੰ ਸਮਝਾਇਆ ਵੀ ਸਾਡਾ ਮਨੋਰਥ ਪੂਰਾ ਹੋ ਗਿਆ, ਅਸੀਂ ਪਾਰ ਬ੍ਰਹਮ ਪਰਮਾਤਮਾ ਨਾਲ ਮਿਲਾਪ ਕਰ ਲਿਆ। ਇਹ ਆਪਾਂ ਨੂੰ ਸਮਝਾਉਂਦੇ ਵੀ ਹੁਣ ਆਪਣਾ ਵੀ ਇਹੋ ਮਨੋਰਥ ਸਭ ਦਾ, ਆਪਾਂ ਨੂੰ ਵੀ ਹੁਣ ਵਾਰੀ ਮਿਲੀ, ਮੌਕਾ ਮਿਲਿਆ ਮਾਨਸ ਜਾਮਾਂ 'ਤੇ, ਆਪਾਂ ਵੀ ਹੁਣ ਸਾਰੇ ਮਿਲ ਸਕਦੇ। ਕਿਵੇਂ ਮਿਲਣਾ, ਉਹੀਓ ਆਪਾਂ ਨੂੰ ਗੁਰਬਾਣੀ ਗੁਰੂ 1430 ਅੰਗ ਸਤਿਗੁਰੂ ਸਾਰਾ ਸਾਨੂੰ ਇਹੀਓ ਸਮਝਾਉਂਦੇ, ਇਹੀਓ ਭੇਜ ਦਿੰਦੇ। ਸੋ ਗੁਰਮੁਖ ਪਿਆਰੇ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ